ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਦਿਵਿਆ ਨੇਜਾ ਤੇ ਸਾਡੇ ਇਸ ਖਾਸ ਸ਼ੋਅ ਦੇ ਵਿੱਚ ਤੁਹਾਡਾ ਤਹਿ ਦਿਲੋਂ ਸਵਾਗਤ ਹੈਗਾ। ਇਹ ਸ਼ੋਅ EIFS ਵੱਲੋਂ ਸ਼ੋਅ ਕੀਤਾ ਜਾ ਰਿਹਾ ਹੈਗਾ। ਇਸ ਸ਼ੋਅ ਦਾ ਮਕਸਦ ਇੱਕ ਹੀ ਹੈ ਕਿ ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜੀ ਗਾਈਡੈਂਸ ਚਾਹੀਦੀ ਹੈ ਉਹ ਇਸ ਸ਼ੋਅ ਦੇ ਰਾਹੀਂ ਆਪਾਂ ਤੁਹਾਡੇ ਤੱਕ ਪਹੁੰਚਾਈਏ। ਬਟ ਇਹ ਹੋ ਸਕਦਾ ਹੈਗਾ ਕਿ ਜੇ ਤੁਸੀਂ ਸਾਡੇ ਨਾਲ ਇਸ ਸ਼ੋਅ ਦੇ ਰਾਹੀਂ ਜੁੜਨਾ ਚਾਹੋ ਤੇ ਇਹ ਵੀ ਚੀਜ਼ ਪੋਸੀਬਲ ਹੈ। ਇਸ ਸ਼ੋਅ ਦੇ ਰਾਹੀਂ ਜਿਹੜੇ ਤੁਹਾਨੂੰ ਟੀਵੀ ਸਕਰੀਨ ਦੇ ਉੱਤੇ ਨੰਬਰ ਦਿੱਤੇ ਜਾਣਗੇ ਉਹਨਾਂ ਦੇ ਥਰੂ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੈਗੇ ਹੋ। ਉਹਨਾਂ ਦੇ ਥਰੂ ਤੁਸੀਂ ਵੀ ਆਪਣੇ ਸਵਾਲ ਜਵਾਬ ਪੁੱਛ ਸਕਦੇ ਹੈਗੇ ਹੋ, ਕਿਉਂਕਿ ਕੈਨੇਡਾ ਅੱਜ ਕੱਲ੍ਹ ਇੱਕ ਇੱਦਾਂ ਦਾ ਹੌਟ ਟੌਪਿਕ ਬਣ ਚੁੱਕਿਆ ਹੈਗਾ ਜਿਹਦੇ ਉੱਤੇ ਹਰ ਕੋਈ ਗੱਲ ਕਰ ਰਿਹਾ ਹੈਗਾ, ਲੇਕਿਨ ਕਲੈਰਿਟੀ ਫਿਰ ਵੀ ਨਹੀਂ ਮਿਲ ਪਾਉਂਦੀ ਹੈਗੀ। ਸੋ ਸਾਡੀ ਕੋਸ਼ਿਸ਼ ਰਹੇਗੀ ਕਲੈਰਿਟੀ ਤੁਹਾਡੇ ਤੱਕ ਪਹੁੰਚਾਈਏ, ਟਰਾਂਸਪੇਰੈਂਸੀ ਨਾਲ ਗੱਲ ਕਰੀਏ। ਜ਼ਿਆਦਾ ਇਨਫੋਰਮੇਸ਼ਨ ਦੇ ਲਈ ਲਵੀਸ਼ ਜੀ ਅੱਜ ਐਕਸਪਰਟ ਸਾਡੇ ਨਾਲ ਜੁੜੇ ਹੋਏ ਨੇ, ਹੋਰ ਆਓ ਫਿਰ ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਲਵੀਸ਼ ਜੀ, ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈਗਾ ਹੈ ਤੁਹਾਨੂੰ, ਹੋਰ ਇੰਨੇ ਉਤਾਰ ਚੜ੍ਹਾਵ ਇਮੀਗ੍ਰੇਸ਼ਨ ਇੰਡਸਟਰੀ ਨੇ ਦੇਖੇ ਹੈਗੇ ਹੈ। ਖਾਸ ਤੌਰ 'ਤੇ ਮੈਂ ਸਟੂਡੈਂਟਸ ਦੀ ਗੱਲ ਕਰਾਂਗੀ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਸਟੂਡੈਂਟਸ ਦੇ ਲਈ ਕੀ ਚੇਂਜ ਹੋਇਆ, ਤੁਹਾਨੂੰ ਕੀ ਲੱਗਦਾ ਆ? ਸਟੂਡੈਂਟ ਦਾ, ਮੈਂ ਕੈਨੇਡਾ ਨੂੰ ਲੈ ਕੇ ਗੱਲ ਕਰ ਰਹੀ ਹਾਂ, ਫਿਊਚਰ ਹੁਣ ਜ਼ਿਆਦਾ ਬਰਾਈਟ ਹੈਗਾ ਜਾਂ ਪਹਿਲੇ ਜ਼ਿਆਦਾ ਈਜ਼ੀ ਸੀਗਾ? ਮੈਮ ਦੇਖੋ, ਵਕਤ ਹਾਲਾਤ ਕੁਛ ਨਹੀਂ ਬਦਲਿਆ, ਸਾਰਾ ਕੁਝ ਉੱਦਾਂ ਦਾ ਹੀ ਹੈਗਾ ਜਿਵੇਂ ਅੱਜ ਤੋਂ ਕੋਵਿਡ ਤੋਂ ਪਹਿਲਾਂ ਸੀਗਾ। ਇੱਕ ਚੀਜ਼ ਜ਼ਰੂਰ ਚੇਂਜ ਹੋਈ ਹੈ, ਦੈਟ ਇਜ਼ ਪ੍ਰੋਸੈਸਿੰਗ ਟਾਈਮ। ਠੀਕ ਹੈ ਜੀ, ਕਾਲਜ ਦੀਆਂ ਜੋ ਰਿਕੁਆਇਰਮੈਂਟਸ ਪਹਿਲਾਂ ਸੀਗੀਆਂ ਉਹੀ ਅੱਜ ਹੈਗੀਆਂ। ਕਿਸ ਪ੍ਰੋਫਾਈਲ ਨੂੰ ਕਿਹੜੇ ਪ੍ਰੋਵਿੰਸ, ਕਿਹੜੀ ਸਟੇਟ, ਕਿਹੜੇ ਟਾਈਪ ਦੇ ਕੋਰਸਿਸ ਦੇ ਵਿੱਚ ਵੀਜ਼ਾ ਮਿਲਣਾ ਹੈ, ਉਹ ਚੀਜ਼ਾਂ ਵੀ ਸੇਮ ਹੀ ਹੈਗੀਆਂ। ਕੁਝ ਵੀ ਨਹੀਂ ਬਦਲਿਆ। ਸਿਰਫ ਪਿਛਲੇ ਕੁਝ ਸਾਲ ਦੇ ਵਿੱਚ ਜੋ ਫਾਈਲ ਪ੍ਰੋਸੈਸਿੰਗ ਰੁਕ ਗਈ ਸੀ, ਡਿਲੇ ਹੋ ਗਈ ਸੀ, ਉਸ ਕਰਕੇ ਬੈਕਲੌਗ ਵਧਣ ਕਰਕੇ ਰਿਜ਼ਲਟ ਲੇਟ ਆਏ। ਨਾਲੋਂ ਬੱਚਿਆਂ ਨੂੰ ਆ ਲੱਗਦਾ ਹੈ ਕਿ ਕੈਨੇਡਾ ਰਿਫਿਊਜ਼ਲ ਬਹੁਤ ਜ਼ਿਆਦਾ ਦੇ ਰਿਹਾ। ਠੀਕ ਹੈ, ਇਦਾਂ ਦਾ ਨਹੀਂ ਹੈ। ਡੈਫੀਨੇਟਲੀ ਸਰ, ਇਹ ਚੀਜ਼ ਸੀਗੀ ਪਿਛਲੇ ਕੁਝ ਮਹੀਨੇ ਦੇ ਵਿੱਚ ਬਹੁਤ ਸਾਰੇ ਰਿਫਿਊਜ਼ਲ ਆਏ ਵੀ ਨੇ, ਜਿਹਦੇ ਕਰਕੇ ਬੱਚੇ ਆਈ ਥਿੰਕ ਡਰ ਵੀ ਗਏ ਨੇ ਕਿ ਹੁਣ ਆਪਾਂ ਅਪਲਾਈ ਕਰੀਏ ਨਹੀਂ ਕਰੀਏ, ਵੀਜ਼ਾ ਸਕਸੈਸ ਰੇਟ ਕਿੰਨਾ ਹੈਗਾ। ਸੋ ਇਸ ਚੀਜ਼ ਤੇ ਵੀ ਸਾਨੂੰ ਥੋੜੀ ਜਿਹੀ ਇਨਫੋਰਮੇਸ਼ਨ ਜ਼ਰੂਰ। ਬਿਲਕੁਲ ਉਹੀਓ ਗੱਲ ਹੈਗੀ ਹੈ ਕਿ ਦੇਖੋ 2020 ਮਈ, ਸਪਟੈਂਬਰ, ਫਿਰ 21 ਦਾ ਜਨਵਰੀ, ਫਿਰ ਮਈ ਇਨਟੇਕ, ਸਪਟੈਂਬਰ, ਇੰਨਾ ਬੈਕਲੌਗ ਸੀਗਾ। ਹਰ ਮਈ ਦੇ ਵਿੱਚ ਕੋਈ ਰਿਜ਼ਲਟ ਨਹੀਂ ਦਿੱਤੇ, ਐਮਬੈਸੀਜ਼ ਕਲੋਜ਼ ਹੋਣ ਕਰਕੇ। ਐਵੇਂ ਸਪਟੈਂਬਰ ਵੀ ਨਿਕਲ ਗਿਆ, ਇੱਦਾਂ ਹੀ ਜਨਵਰੀ ਵੀ ਨਿਕਲ ਗਿਆ। ਤਾਂ ਜੋ ਫਾਈਲ ਜੇ ਕਿ ਇਨਟੇਕ ਦੇ ਵਿੱਚ ਮੈਂ ਕਹਿੰਦਾ ਕਿ 20% ਆਪਣਾ ਰਿਫਿਊਜ਼ਲ ਰੇਟ ਸੀਗਾ ਜਾਂ 30% ਸੀਗਾ। ਤੁਸੀਂ ਇਹ ਵੀ ਤਾਂ ਦੇਖੋ ਨਾ ਕਿ ਹੁਣ 5 ਇਨਟੇਕ ਦਾ ਰਿਜ਼ਲਟ ਉਹਨਾਂ ਨੇ ਕੱਢਿਆ ਹੈ। ਓਬਵੀਅਸਲੀ ਤਾਂ ਨੰਬਰ ਆਫ ਐਪਲੀਕੇਸ਼ਨ ਨੂੰ ਮਿਲਾ ਕੇ ਤੁਹਾਨੂੰ ਲੱਗ ਰਿਹਾ ਰਿਫਿਊਜ਼ਲ ਰੇਟ ਜ਼ਿਆਦਾ ਨਹੀਂ। ਜੋ ਪ੍ਰੋਫਾਈਲ ਚੰਗੀਆਂ ਹੈਗੀਆਂ, ਜਿਨ੍ਹਾਂ ਨੇ ਕੋਰਸ ਐਗਜ਼ੈਕਟਲੀ ਮੈਚਿੰਗ ਲਿਆ, ਜਿਨ੍ਹਾਂ ਨੇ ਇੱਕ ਕਾਲਜ ਆਪਣੇ ਅਕੈਡਮਿਕਸ ਔਰ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਚੂਜ਼ ਕੀਤਾ, ਕੋਰਸ ਉੱਦਾਂ ਦਾ ਲਿਆ, ਉਹਨਾਂ ਨੂੰ ਵੀਜ਼ਾ ਗ੍ਰਾਂਟ ਹੋਇਆ। ਅੱਛਾ, PPR ਰਿਕੁਐਸਟ ਇਸ ਟਾਈਮ ਵੀ ਆ ਰਹੀ ਹੈ। ਬੱਚਿਆਂ ਦੇ ਮਨ 'ਚ ਸਿਰਫ ਇੱਕੋ ਗੱਲ ਹੈਗੀ ਹੈ ਕਿ ਫਲਾਈਟਾਂ ਨਹੀਂ ਸ਼ੁਰੂ ਹੋਈਆਂ ਅਜੇ ਡਾਇਰੈਕਟਲੀ। ਦੇਖੋ, ਫਲਾਈਟਾਂ ਤੇ ਇੱਕ ਗਵਰਨਮੈਂਟ ਨੇ ਡਿਸੀਜਨ ਲੈਣਾ, ਉਹਦੇ ਵਿੱਚ ਕੋਈ ਕੰਸਲਟੈਂਟ ਕੋਈ ਕੁਛ ਉਹ ਕਰ ਨਹੀਂ ਸਕਦਾ। ਔਰ ਤੁਹਾਨੂੰ ਕੀ ਲੱਗਦਾ ਕਿ ਅਗਰ ਇੰਡੀਆ ਤੋਂ ਡਾਇਰੈਕਟ ਫਲਾਈਟਸ ਨਹੀਂ ਹੈਗੀਆਂ ਇਸ ਕਰਕੇ ਵੀਜ਼ਾ ਨਹੀਂ ਮਿਲ ਰਹੇ? ਇਹ ਬਿਲਕੁਲ ਵੀ ਰਿਲੇਟ ਨਹੀਂ ਕਰਦਾ। ਜਿਵੇਂ ਕਈ ਵਾਰ ਤੁਹਾਡੇ ਰਿਫਿਊਜ਼ਲ ਦੇ ਵਿੱਚ ਆਉਂਦਾ ਕਿ ਤੁਹਾਡਾ ਪ੍ਰਪੋਜ਼ ਕੋਰਸ ਆਫ ਸਟੱਡੀ ਮੈਚ ਨਹੀਂ ਹੈ, ਠੀਕ ਹੈ ਜੀ, ਉਹ ਰਿਫਿਊਜ਼ਲ ਦਾ ਰੀਜ਼ਨ ਹੈ। ਤੇ ਉੱਦਾਂ ਹੀ ਸਿਰਫ ਡਾਇਰੈਕਟਲੀ ਫਲਾਈਟਸ ਬੰਦ ਹੈਗੀਆਂ ਇਸ ਕਰਕੇ ਵੀਜ਼ਾ ਨਹੀਂ ਦੇ ਰਹੇ, ਇਹਦਾ ਕੋਈ ਮਤਲਬ ਨਹੀਂ ਬਣਦਾ। ਜਿਨ੍ਹਾਂ ਬੱਚਿਆਂ ਨੇ ਮਨ 'ਚ ਕੈਨੇਡਾ ਵਸਿਆ ਜਾਂ ਫਿਰ ਜੋ ਕਹਿੰਦਾ ਕਿ ਮੈਂ ਕੈਨੇਡਾ ਜਾ ਕੇ ਸਟੱਡੀ ਕਰਨੀ ਹੈ, ਹਾਲਾਤ ਉਹਨਾਂ ਵਾਸਤੇ ਅੱਜ ਵੀ ਉਹੀ ਹੈਗੇ ਆ ਜੋ ਅੱਜ ਤੋਂ 2 ਸਾਲ ਪਹਿਲਾਂ ਸੀਗੇ। ਉਹੀ ਵੀਜ਼ਾ ਰੇਟ ਹੈ, ਉਹੀ ਸਭ ਕੁਝ ਹੈਗਾ ਆ। ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੀ ਪ੍ਰੋਫਾਈਲ ਕਿਸ ਤਰ੍ਹਾਂ ਦੇ ਕੰਸਲਟੈਂਟ ਦੇ ਰਾਹੀਂ ਅਪਲਾਈ ਕਰ ਰਹੇ ਹੋ। ਜੇਕਰ ਤੁਸੀਂ 7 ਬੈਂਡ ਨੋਟ ਲੈਸ ਦੈਨ 6.5 ਹੈ, ਤੁਸੀਂ ਕੰਸਲਟੈਂਟ ਕੋਲ ਜਾਂਦੇ ਹੋ, ਤੁਹਾਡੇ ਅੱਗੇ 12 ਕੋਰਸ ਰੱਖ ਦਿੰਦਾ, ਤੁਸੀਂ ਵੀ ਕਹਿੰਦੇ, ਉਹ ਕਹਿ ਦਿੰਦਾ ਅੱਗੇ ਤੋਂ ਕਿ ਤੁਹਾਡੀ ਤਾਂ ਆਇਲਸ ਬਹੁਤ ਗੁੱਡ ਹੈ ਔਰ ਤੁਹਾਡਾ ਵੀਜ਼ਾ ਤਾਂ ਹੈਗਾ, ਜੋ ਮਰਜ਼ੀ ਕੋਰਸ ਚੱਕ ਲਓ, ਆ ਗਿਆ ਉੱਥੇ ਹੀ ਰਿਫਿਊਜ਼ਲ। ਲੇਕਿਨ ਜਦ ਇੱਕ ਕੰਸਲਟੈਂਟ 1 ਜਾਂ 2 ਦਿਨ ਲਗਾ ਕੇ ਤੁਹਾਡੇ ਵਾਸਤੇ ਕੋਰਸ ਚੂਜ਼ ਕਰਦਾ ਹੈ, ਤੁਹਾਡੀ ਅਕੈਡਮਿਕਸ ਦੇਖਦਾ ਹੈ, ਬੈਕਲੌਗ ਦੇਖਦਾ ਹੈ, ਇੱਦਾਂ ਦੇ ਕੇ ਤੁਹਾਨੂੰ ਇੱਕ ਕਾਲਜ ਦਿੰਦਾ ਹੈ, ਔਰ ਜੇ ਤੁਸੀਂ ਉਹਦੇ 'ਤੇ ਅਪਲਾਈ ਕਰਦੇ ਹੋ ਤੁਹਾਡਾ ਵੀਜ਼ਾ ਫਿਰ ਪੱਕਾ ਹੈ। ਡੈਫੀਨੇਟਲੀ। ਅੱਛਾ, ਰਾਈਟ ਗਾਈਡੈਂਸ ਜਿੱਦਾਂ ਕਿ ਸਰ ਨੇ ਦੱਸਿਆ ਹੋਣੀ ਬਹੁਤ ਜ਼ਰੂਰੀ ਹੈ। ਜੇ ਤੁਸੀਂ ਵੀ ਪੁੱਛਣਾ ਚਾਹੁੰਦੇ ਹੋ ਇਹਨਾਂ ਤੋਂ ਸਵਾਲ ਜਵਾਬ, ਨੰਬਰ ਇਹਨਾਂ ਦੇ ਤੁਹਾਡੇ ਟੀਵੀ ਸਕਰੀਨਸ ਤੇ ਫਲੈਸ਼ ਹੁੰਦੇ ਪਏ ਨੇ, ਤੁਸੀਂ ਜਸਟ ਇੱਕ ਫੋਨ ਕਾਲ ਅਵੇ ਹੈਗੇ ਹੋ। ਆਪਣੀ ਪ੍ਰੋਫਾਈਲ ਨੂੰ ਇੱਕ ਵਾਰ ਅਸੈਸ ਜ਼ਰੂਰ ਕਰਵਾ ਕੇ ਦੇਖੋ ਕਿ ਤੁਸੀਂ ਜਾ ਸਕਦੇ ਹੋ, ਨਹੀਂ ਜਾ ਸਕਦੇ ਹੋ। ਜੇ ਜਾ ਸਕਦੇ ਹੋ ਤਾਂ ਕਿੱਦਾਂ ਜਾ ਸਕਦੇ ਹੋ, ਕੀ ਪੋਸੀਬਿਲਿਟੀਜ਼ ਹੈ, ਕਿਹੜਾ ਕੋਰਸ ਤੋਂ ਤੁਸੀਂ ਲੈ ਸਕਦੇ ਹੋ, ਜਾਂ ਕਿਹੜੀ ਸਟੱਡੀ ਦੇ ਲਈ ਤੁਸੀਂ ਬਾਹਰ ਜਾਣਾ ਹੈਗਾ। ਇਹ तमाम ਤਰੀਕੇ ਦੇ ਸਵਾਲ ਜਵਾਬ ਜੇ ਤੁਸੀਂ ਵੀ ਪੁੱਛਣਾ ਚਾਹੁੰਦੇ ਹੋ ਬੇਝਿਜਕ ਪੁੱਛੋ। ਲਵੀਸ਼ ਜੀ, ਇੱਕ ਗੱਲ ਦੱਸੋ, ਇੱਕ ਜਿੱਦਾਂ ਕਿਸੇ ਸਟੂਡੈਂਟ ਨੇ ਲਾਈਕ ਸਪੋਜ਼ 12th ਕੀਤੀ ਹੋਈ ਹੈ ਜੀ, ਉਹਨੇ ਨਾਨ ਮੈਡੀਕਲ 12th ਕੀਤੀ ਹੋਈ ਹੈ, ਉਹਦੇ ਕੋਲ ਸਪੈਸੀਫਿਕ ਸਬਜੈਕਟਸ ਹੈਗੇ ਆ, ਉਹਨਾਂ ਸਬਜੈਕਟਸ ਦੇ ਹਿਸਾਬ ਨਾਲ ਆਪਣਾ ਕੋਰਸ ਕੈਨੇਡਾ ਦੇ ਵਿੱਚ ਸਿਲੈਕਟ ਕਰਨਾ ਕਿੰਨਾ ਜ਼ਰੂਰੀ ਹੈ, ਜਾਂ ਬੱਚੇ ਨੂੰ ਕੋਈ ਵੀ ਕੋਰਸ ਚੁਣ ਲੈਣਾ ਚਾਹੀਦਾ ਆ? ਨਹੀਂ, ਦੇਖੋ, ਜੋ ਲਾਸਟ ਸਬਜੈਕਟ ਹੈਗੇ ਆ ਉਹਨਾਂ ਦੇ ਅਕੋਰਡਿੰਗਲੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ
ਮਾਰਕਸ ਔਰ ਆਪਣੇ ਇੰਟਰਸਟ ਉੱਪਰ ਆਪਣਾ ਇੰਟਰਸਟ ਰੱਖੋ। ਜਿਵੇਂ ਤੁਸੀਂ ਮੈਨੂੰ ਕਿਹਾ ਕਿ ਨਾਨ ਮੈਡੀਕਲ ਦਾ ਬੱਚਾ ਹੈਗਾ, ਠੀਕ ਹੈ ਜੀ, ਕਿਸੇ ਵੀ ਫੀਲਡ ਦੇ ਵਿੱਚ ਉਹ ਜਾ ਸਕਦਾ, ਡਿਪੈਂਡਸ ਉਹਨੇ ਕਿਹਦੇ ਵਿੱਚ ਜਾਣਾ ਹੈ। ਉਹਨੇ ਕੈਮਿਸਟਰੀ ਪੜ੍ਹਨੀ ਹੈ, ਉਹਨੇ ਐਨਵਾਇਰਨਮੈਂਟਲ ਸਟੱਡੀਜ਼ ਕਰਨੀ ਆ, ਉਹਨੇ ਜਾਂ ਫਿਰ ਆਰਕੀਟੈਕਚਰ ਦੀ ਸਟੱਡੀ ਕਰਨੀ ਹੈ, ਇੰਜੀਨੀਅਰਿੰਗ ਕਰਨੀ ਹੈ, IT 'ਚ ਜਾਣਾ ਹੈ, ਗੇਮ ਡਿਜ਼ਾਈਨ ਦੇ ਵਿੱਚ ਜਾਣਾ ਹੈ, ਉਹਨੇ ਕਿੱਦਾਂ ਇਲੈਕਟ੍ਰੀਸ਼ੀਅਨ ਦਾ ਜਾਣਾ ਹੈ, ਕੋਈ ਵੀ ਕੋਰਸ ਹੈ। ਗੱਲ ਕਰਦੀ ਹੈ ਆਪਣਾ, ਪਹਿਲੀ ਗੱਲ ਬਜਟ, ਕਿ ਆਪਾਂ ਕਿੰਨਾ ਕਰ ਪੇਰੈਂਟਸ ਕਿੰਨਾ ਕਰ ਫਾਈਨੈਂਸ ਲਗਾ ਸਕਦੇ ਆ। ਦੂਜੀ ਗੱਲ ਜੋ ਬੱਚੇ ਨੇ ਬਹੁਤ ਧਿਆਨ ਰੱਖਣੀ ਹੈ, ਇਸ ਸਾਲ ਦੀ ਤਾਂ ਆਪਾਂ ਫੀਸ ਪੇ ਕਰਤੀ, ਅਗਲੇ ਸਾਲ ਦੀ ਤੁਸੀਂ ਜਾ ਕੇ ਕਮਾ ਕੇ ਵੀ ਪੇ ਕਰਨੀ ਆ, ਆਪਣਾ ਲਿਵਿੰਗ ਐਕਸਪੈਂਸ ਵੀ ਕੱਢਣਾ ਹੈ। ਬਿਲਕੁਲ ਇਦਾਂ ਨਾ ਹੋਵੇ ਕਿ ਤੁਹਾਨੂੰ ਫਾਈਨੈਂਸ ਦੇ ਤੁਸੀਂ ਪ੍ਰੈਸ਼ਰ ਦੇ ਚੱਕਰ ਦੇ ਵਿੱਚ ਜੋ ਆਪਣੇ ਪਹਿਲੇ ਸਾਲ ਦੀ ਸਟੱਡੀ ਹੈਗੀ 2 ਸਮੈਸਟਰ ਦੀ, ਤੁਸੀਂ, ਕਿਉਂਕਿ ਮੇਰੇ ਕੋਲ ਇਦਾਂ ਦੇ ਕੇਸ ਆਏ ਆ ਅੱਛਾ ਕਿ ਬੱਚੇ ਨੇ ਲੈ ਲਈ ਤਾਂ ਯੂਨੀਵਰਸਿਟੀ ਬਹੁਤ ਮਹਿੰਗੀ, ਪਹਿਲੇ ਸਾਲ ਦੀ ਫੀਸ ਪੇ ਸੀਗੀ, ਕਰ ਲਿਆ ਉਹਨੇ 6 ਮਹੀਨੇ ਸਟੱਡੀ ਕਰ ਲਈ, ਫਿਰ ਉਹਨੇ ਆਪਣੀ ਸੇਵਿੰਗ ਦੇ ਅਕੋਰਡਿੰਗਲੀ ਦੇਖਿਆ ਇਸ ਹਿਸਾਬ ਨਾਲ ਤਾਂ ਮੇਰੇ ਕੋਲ ਅਗਲੇ ਸਾਲ ਦਾ ਖਰਚਾ ਨਹੀਂ ਨਿਕਲਣਾ। ਉਹਨੇ ਕੀਤਾ ਵਿਦਡਰਾ ਕਰਕੇ ਡਾਲਰ ਦੇ ਪਿੱਛੇ ਪੈ ਕੇ ਫਿਰ ਕੋਰਸ ਚੇਂਜ ਕਰਕੇ ਆਪਣੀ ਸਾਰੀ ਪ੍ਰੋਫਾਈਲ ਖਰਾਬ ਕਰ ਲਈ। ਜਦੋਂ ਐਕਸਟੈਂਸ਼ਨ ਪਾਈ, ਐਕਸਟੈਂਸ਼ਨ ਨਹੀਂ ਮਿਲੀ ਉਹਨੂੰ। ਤੇ ਇਹ ਚੀਜ਼ਾਂ ਆਪਾਂ ਬਿਲਕੁਲ ਪਹਿਲਾਂ ਇੱਥੋਂ ਧਿਆਨ ਰੱਖਣੀਆਂ। ਮੈਂ ਸਾਰੇ ਬੱਚਿਆਂ ਨੂੰ ਕਹਿਣਾ, ਹੁਣ ਜਿਵੇਂ ਨਾਨ ਮੈਡੀਕਲ ਦੀ ਗੱਲ ਹੋਈ ਹੈ, ਤੁਸੀਂ ਆਇਲ ਜੋ ਮਰਜੀ ਕਰੈਕ ਕਰ ਲਓ, ਅਕੈਡਮਿਕਸ ਵੀਕ ਹੈਗਾ ਤੁਹਾਡੇ, ਮੈਥ ਵਿੱਚ ਘੱਟ ਨੰਬਰ ਹੈ, 50% ਤੋਂ ਘੱਟ ਹੈ, ਕਾਲਜ ਤੁਹਾਨੂੰ ਆਫਰ ਲੈਟਰ ਦੇ ਦੇਗਾ, ਜੋ ਮਰਜੀ ਪਬਲਿਕ ਵੀ ਫੜ ਲਓ, ਵੀਜ਼ਾ ਨਹੀਂ ਆਣਾ ਉਹਦੇ ਤੇ। ਅੱਛਾ ਜਦੋਂ ਅਕੈਡਮਿਕਸ ਵੀਕ ਹੈਗੇ ਆ, ਗੋ ਫॉर ਵੋਕੇਸ਼ਨਲ ਕੋਰਸਿਸ। ਕੱਲਾ ਮੈਂ ਕਿਊਬਿਕ ਦਾ ਰੌਲਾ ਨਹੀਂ ਪਾਉਂਦਾ, ਫੈਡਰਲ ਦੇ ਵਿੱਚ ਵੀ ਕਾਫੀ ਇੱਦਾਂ ਦੇ ਕਾਲਜ ਹੈਗੇ ਆ ਜੋ ਤੁਹਾਨੂੰ ਜਿਵੇਂ ਕਾਰਪੈਂਟਿੰਗ ਹੋ ਗਏ ਜਾਂ ਹੀਟਿੰਗ ਐਂਡ ਵੈਂਟੀਲੇਸ਼ਨ ਦੇ ਹੋ ਗਏ, ਕੰਪਿਊਟਰ ਸਿਸਟਮ ਟੈਕਨੀਸ਼ੀਅਨ ਦੇ ਹੋ ਗਏ, ਨੈਟਵਰਕ ਟੈਕਨੀਸ਼ੀਅਨ ਦੇ ਹੋ ਗਏ, ਇੱਦਾਂ ਦੇ ਕੋਰਸ ਦਿੰਦੇ ਆ। ਹਮੇਸ਼ਾ ਸਭ ਤੋਂ ਪਹਿਲਾਂ ਆਪਣੀ ਪ੍ਰੋਫਾਈਲ ਧਿਆਨ ਦੇ ਵਿੱਚ ਰੱਖੋ। ਸਟੂਡੈਂਟਸ ਨੂੰ ਮੈਂ ਇਹੋ ਗੱਲ ਕਹੂੰਗਾ, ਆਪਣੀ ਪ੍ਰੋਫਾਈਲ ਧਿਆਨ ਦੇ ਵਿੱਚ ਰੱਖੋ। ਉਹ ਕਿਸ ਕੋਰਸ 'ਚ ਗਿਆ, ਉਹਨੇ ਕਿਸ ਕੋਰਸ 'ਚ ਵੀਜ਼ਾ ਅਪਲਾਈ ਕੀਤਾ, ਆਹ ਕੀ ਸਲਾਹ ਦੇ ਰਿਹਾ, ਇਹਦੇ ਤੇ ਨਹੀਂ ਚੱਲਣਾ, ਲੋਕੇਸ਼ਨ ਤੇ ਨਹੀਂ ਚੱਲਣਾ। ਬਿਲਕੁਲ ਬਿਲਕੁਲ। ਕੋਈ ਵੀ ਪ੍ਰੋਫਾਈਲ ਹੈਗੀ ਹੈ, ਕਿਸੇ ਵੀ ਕੰਸਲਟੈਂਟ ਕੋਲ ਤੁਸੀਂ ਜਾਓ, ਤੁਸੀਂ ਉਹਨੂੰ ਕਹਿ ਦਿਓ ਕਿ ਮੈਂ ਦੇਖੋ ਜੀ ਆਹ ਮੈਨੂੰ ਦੱਸੋ 100% ਵੀਜ਼ਾ ਗਾਰੰਟੀਡ ਮੈਨੂੰ ਕਿੱਥੇ ਤੁਸੀਂ ਲਿਖ ਕੇ ਦਿੰਦੇ ਹੋ, ਕੋਈ ਨਹੀਂ ਕਹੇਗਾ। ਕਿਉਂਕਿ ਜਦੋਂ ਬੱਚਾ ਆਪਣੀ ਸ਼ਰਤ ਅੱਗੇ ਰੱਖ ਦਿੰਦਾ, ਵੀਜ਼ਾ ਸਮਾਂ ਪੈਸੇ ਦੀ ਜੀ ਗਾਰੰਟੀ ਜੋ ਹੈਗੀ ਹੈ, ਸੇਵਿੰਗ ਦੀ ਗਾਰੰਟੀ ਜੋ ਹੈਗੀ ਕਿ ਨੁਕਸਾਨ ਤੁਹਾਡਾ ਨਹੀਂ ਹੋਣ ਦਿੰਦਾ, ਉਸ ਚੀਜ਼ ਦੀ ਮੈਂ ਤੁਹਾਨੂੰ ਦਿੰਦਾ। ਲੇਕਿਨ ਉੱਥੇ ਲੋਕੇਸ਼ਨ, ਰਿਸ਼ਤੇਦਾਰ, ਦੋਸਤ, ਕਾਲਜ ਕੋਰਸ, ਉਹ ਤੁਹਾਡਾ ਨਹੀਂ, ਉਹ ਮੇਰਾ ਚੱਲਣਾ। ਠੀਕ, ਕਿਉਂਕਿ ਮੇਰਾ ਫੋਕਸ ਹੈਗਾ, ਮੈਨੂੰ ਬੈਨੀਫਿਟ ਹੈਗਾ ਦਿਵਿਆ ਜੀ ਵੀਜ਼ਾ ਆਏ ਤੇ। ਫਾਈਲ ਲਗਾਉਣਾ ਦਾ ਮਤਲਬ ਆ ਨਹੀਂ ਹੈ ਕਿ ਬਸ ਮੇਰੀ ਜ਼ਿੰਮੇਵਾਰੀ ਖਤਮ ਹੈ। ਜਦ ਤੱਕ ਬੱਚੇ ਦਾ ਵੀਜ਼ਾ ਪਾਸਪੋਰਟ ਤੇ ਸਟੈਂਪ ਨਹੀਂ ਹੁੰਦਾ, ਮੈਂ ਉਨਾ ਹੀ ਜ਼ਿੰਮੇਵਾਰ ਉਹਦੇ ਵਾਸਤੇ ਹੈਗਾ। ਇੱਕ ਵਾਰ ਪਾਸਪੋਰਟ ਵੀਜ਼ਾ ਤੇ ਪਾਸਪੋਰਟ ਤੇ ਵੀਜ਼ਾ ਤੁਹਾਨੂੰ ਲੱਗ ਕੇ ਮਿਲ ਗਿਆ, ਪੋਸਟ ਲੈਂਡਿੰਗ ਸਰਵਿਸ ਮੇਰੇ ਵੱਲੋਂ ਜ਼ਰੂਰ ਹੈਗੀਆਂ, ਪਰ ਮੈਨੂੰ ਦਿਲੋਂ ਖੁਸ਼ੀ ਉਦੋਂ ਹੀ ਹੁੰਦੀ ਹੈ ਜਦੋਂ ਬੱਚੇ ਦੇ ਪਾਸਪੋਰਟ ਦੇ ਉੱਤੇ ਵੀਜ਼ਾ ਲੱਗਦਾ। ਬਿਲਕੁਲ ਐਬਸੋਲੂਟਲੀ ਲੱਗਦਾ ਹੈ ਕਿ ਬੱਚਾ ਹੀ ਨਹੀਂ, ਸਿਰਫ ਇਹਨਾਂ ਦੀ ਪੂਰੀ ਟੀਮ ਮਿਹਨਤ ਕਰਦੀ ਹੈਗੀ ਹੈ। ਤੁਹਾਡੀ ਇੱਕ ਪ੍ਰੋਫਾਈਲ ਨੂੰ ਸਹੀ ਤਰੀਕੇ ਨਾਲ ਅੱਗੇ ਕਿੱਦਾਂ ਪੇਸ਼ ਕਰਨਾ ਹੈਗਾ, ਇਹ ਬੇहद ਜ਼ਰੂਰੀ ਹੁੰਦਾ ਹੈ, ਕਿਉਂਕਿ ਪ੍ਰੋਫਾਈਲ ਦੇ ਵਿੱਚ ਇੱਕ ਲੂਪ ਹੋਲ ਤੁਹਾਡੇ ਵੀਜ਼ੇ ਨੂੰ ਰਿਜੈਕਸ਼ਨ ਦੇ ਦੇਗਾ, ਰਿਫਿਊਜ਼ਲ ਦੇ ਦੇਗਾ। ਰਿਫਿਊਜ਼ਲ ਦੀ ਮੈਂ ਗੱਲ ਕਰਨਾ ਚਾਹੁੰਦੀ ਹਾਂ ਲਵੀਰ ਜੀ, ਜਿਹੜੇ ਸਟੂਡੈਂਟਸ ਦੀ 1 ਵਾਰ 2 ਵਾਰ ਜਾਂ 3 ਵਾਰ ਆਲਰੇਡੀ ਕੈਨੇਡਾ ਤੋਂ ਰਿਫਿਊਜ਼ਲ ਆ ਚੁੱਕਿਆ ਹੈ, ਕਿਸੇ ਹੋਰ ਏਜੰਟ ਤੋਂ ਰਿਫਿਊਜ਼ਲ ਆ ਚੁੱਕੀ ਹੈਗੀ ਹੈ, ਕਿਆ ਉਹ ਤੁਹਾਡੇ ਨਾਲ ਗੱਲ ਕਰ ਸਕਦੇ ਨੇ? ਬਿਲਕੁਲ ਜੀ, ਵੈਲਕਮ ਹੈ ਉਹਨਾਂ ਦਾ। ਇੱਦਾਂ ਦਾ ਨਹੀਂ ਹੈਗਾ ਕਿ ਆਪਣੇ ਰਿਫਿਊਜ਼ਲ ਆ ਗਏ ਤੇ ਆਪਾਂ ਕੈਨੇਡਾ ਦੁਬਾਰਾ ਤੋਂ ਅਪਲਾਈ ਨਹੀਂ ਕਰ ਸਕਣਾ। ਹਮੇਸ਼ਾ ਰਿਫਿਊਜ਼ਲ ਲੈਟਰ ਦੇ ਨੀਚੇ ਲਿਖਿਆ ਹੁੰਦਾ ਕਿ ਅਬਵ ਮੈਂਸ਼ਨਡ ਸਰਕਮਸਟੈਂਸਿਸ ਅਗਰ ਜੇ ਤੁਹਾਨੂੰ ਲੱਗਦਾ ਤੁਸੀਂ ਚੇਂਜ ਕੀਤੇ ਆ, ਤੁਸੀਂ ਰੀ-ਅਪਲਾਈ ਕਰ ਸਕਦੇ ਹੋ। ਬਿਲਕੁਲ ਕਰ ਸਕਦੇ ਹੋ, ਡਿਪੈਂਡਸ। ਤੁਸੀਂ ਫਿਰ ਆਪਣੀ ਪ੍ਰੋਫਾਈਲ ਦੇ ਵਿੱਚ ਉਹਨਾਂ ਨੇ, ਇੱਕ ਵੀਜ਼ਾ ਆਫਿਸਰ ਨੇ ਤੁਹਾਨੂੰ ਲਿਖ ਕੇ ਦੇ ਦਿੱਤਾ ਕਿ ਤੁਹਾਡੇ ਵਿੱਚ ਆਹ ਕਮੀ ਹੈਗੀ ਪ੍ਰੋਫਾਈਲ ਦੇ ਵਿੱਚ, ਜਿਸ ਕਰਕੇ ਮੈਂ ਤੁਹਾਨੂੰ ਵੀਜ਼ਾ ਗ੍ਰਾਂਟ ਨਹੀਂ ਦਿੱਤਾ। ਜਿਵੇਂ ਉਹਨੇ ਲਿਖਤਾ ਕਿ ਲੋ ਇੰਗਲਿਸ਼ ਪ੍ਰੋਫੀਸ਼ੀਐਂਸੀ, ਠੀਕ ਹੈ ਜੀ, ਫਿਰ ਤੁਸੀਂ ਆਇਲਟਸ ਰੀ-ਅਟੈਂਪਟ ਕਰੋ। ਪ੍ਰਪੋਜ਼ ਕੋਰਸ ਆਫ ਸਟੱਡੀ, ਚੇਂਜ ਯੂਅਰ ਕੋਰਸ। ਜੇ ਆਪਾਂ ਉਹਨਾਂ ਨੇ ਪ੍ਰਪੋਜ਼ ਕੋਰਸ ਆਫ ਸਟੱਡੀ ਨਹੀਂ ਲਿਖਿਆ, ਮੈਂ ਕਾਫੀ ਦੇਖਿਆ ਬੱਚੇ ਕਹਿੰਦੇ ਕਿ ਨਹੀਂ ਜੀ ਮੇਰਾ ਨਾ ਮਨ ਹੀ ਉੱਠ ਗਿਆ, ਹੁਣ ਮੈਂ ਇਸ ਕਾਲਜ ਕੋਰਸ ਨਹੀਂ ਜਾਣਾ। ਤਾਂ ਸਟੂਡੈਂਟਸ ਨੂੰ ਮੈਂ ਇੱਕੋ ਗੱਲ ਕਹਾਂਗਾ, ਜਦ ਉਹਨੇ ਇਹ ਲਿਖਤਾ ਕਿ ਤੁਹਾਡੀ ਇੰਗਲਿਸ਼ ਦੀ ਉਸ ਕਰਕੇ ਤੁਹਾਨੂੰ ਉਹਨੇ ਰਿਫਿਊਜ਼ ਦਿੱਤਾ, ਤੁਹਾਡਾ ਮਨ ਕਿਉਂ ਉੱਠ ਗਿਆ? ਤੁਸੀਂ ਇਕੱਲੇ ਅਪਲਾਈ ਕਰਨ ਵਾਲੇ ਨਹੀਂ ਹੋ, ਬਹੁਤ ਅਪਲਾਈ ਕਰਨ ਵਾਲੇ। ਇੱਕ ਵੀਜ਼ਾ ਆਫਿਸਰ ਤੁਹਾਡੀ ਪ੍ਰੋਫਾਈਲ 'ਚ ਜਦ ਕੋਈ ਕਮੀ ਦੇਖਦਾ ਹੈ, ਉਹਨੇ ਹਜ਼ਾਰਾਂ ਫਾਈਲਾਂ ਔਰ ਅਸੈਸ ਕੀਤੀਆਂ ਹੁੰਦੀਆਂ। ਜੇ ਉਹਨੇ ਇੱਕ ਸਪੈਸੀਫਿਕ ਰੀਜ਼ਨ ਤੁਹਾਨੂੰ ਦਿੱਤਾ ਹੈ ਰਿਫਿਊਜ਼ਲ ਦਾ, ਪਹਿਲਾਂ ਉਹਨੂੰ ਓਵਰਕਮ ਕਰੋ। ਇਸੇ ਮੰਚ ਤੇ ਮੈਂ ਇੱਕ ਇਹਨਾਂ ਨੂੰ ਬੱਚਿਆਂ ਨੂੰ ਬਹੁਤ ਜ਼ਰੂਰੀ ਮੈਸੇਜ ਦਿੰਦਾ, ਜੋ ਤੁਸੀਂ ਨਿਰਾਸ਼ਾ ਲੈ ਕੇ ਬਹਿ ਜਾਂਦੇ ਹੋ। ਜਿੱਦਾਂ ਮੈਂ ਹੁਣੇ ਗੱਲ ਕੀਤੀ ਹੈ ਕਿ ਮੇਰੇ ਨਾਲ ਪ੍ਰੈਕਟੀਕਲ ਚੀਜ਼ਾਂ ਹੁੰਦੀਆਂ, ਸਟੂਡੈਂਟਸ ਕਹਿੰਦੇ ਆ ਨਹੀਂ ਸਰ ਹੁਣ ਮੈਂ ਨਹੀਂ ਇੱਥੇ ਜਾਣਾ, ਨਾ ਮੇਰਾ ਮਨ ਨਹੀਂ ਉੱਠ ਗਿਆ, ਮੈਂ ਤੁਸੀਂ ਦੂਜੇ ਕਿੱਥੇ ਲੱਭ ਦਿਓ, ਮੇਰਾ ਫਰੈਂਡ ਨਾ ਸਰੀ ਦੇ ਵਿੱਚ ਗਿਆ, ਹੁਣ ਮੈਨੂੰ ਸਰੀ ਲੱਭ ਦਿਓ। ਯੂ ਆਰ ਪਲੇਇੰਗ ਵਿਦ ਯੂਅਰ ਪ੍ਰੋਫਾਈਲ, ਸਿੱਧੀ ਜੀ ਗੱਲ ਇਹ ਹੈਗੀ। ਯਾਰ ਮਨ ਉੱਠ ਗਿਆ ਕਿ ਆਪਣਾ, ਇਹ ਕੋਈ ਇਦਾਂ ਦੀ ਕੋਈ ਗੱਲ ਥੋੜੀ ਸੀ, ਤੁਸੀਂ ਕਿਸ ਚੀਜ਼ ਦੇ ਵਾਸਤੇ ਟਰਾਈ ਕੀਤਾ ਹੈ ਔਰ ਉਹ ਤੁਹਾਨੂੰ ਨਹੀਂ ਮਿਲਿਆ, ਤੁਹਾਡਾ ਮਨ ਉਚਾਟ ਹੋ ਗਿਆ। ਤੁਹਾਨੂੰ ਵੀਜ਼ਾ ਆਫਿਸਰ ਨੇ ਇੱਕ ਰਿਫਿਊਜ਼ਲ ਦਿੱਤਾ ਹੈ, ਤੁਹਾਡੀ ਪ੍ਰੋਫਾਈਲ ਦੇ ਵਿੱਚ ਕੋਈ ਕਮੀ ਦੇਖੀ ਹੈ, ਲੈਟਸ ਓਵਰਕਮ ਕਰੋ ਨਾ ਉਹਨੂੰ, ਤੁਸੀਂ ਓਵਰਕਮ ਕਰਕੇ ਰੀਅਪਲਾਈ ਕਰੋ, ਤੁਹਾਨੂੰ 100% ਵੀਜ਼ਾ ਮਿਲੇਗਾ ਹੀ ਮਿਲੇਗਾ।
ਬਿਲਕੁਲ ਹਿੰਮਤ ਹਾਰਨ ਦੀ ਕੋਈ ਲੋੜ ਨਹੀਂ ਹੈਗੀ। ਜੇ ਤੁਹਾਡਾ ਰਿਫਿਊਜ਼ਲ ਵੀ ਹੈਗਾ ਦੁਬਾਰਾ ਕੋਸ਼ਿਸ਼ ਕਰੋ। ਇੱਕ ਸਹੀ ਏਜੰਟ ਜਾਂ ਕੰਸਲਟੈਂਟ ਕੋਲ ਪਹੁੰਚਣ ਦੇ ਲਈ ਬਹੁਤ ਮਿਹਨਤ ਲੱਗਦੀ ਹੈਗੀ ਹੈ, ਔਰ ਉਸ ਏਜੰਟ ਕੋ ਕੰਸਲਟੈਂਟ ਕੋਲ ਜਦ ਤੁਸੀਂ ਪਹੁੰਚ ਜਾਂਦੇ ਹੋ ਉਹਨਾਂ ਦੀ ਵੀ ਪੂਰੀ ਮਿਹਨਤ ਲੱਗਦੀ ਹੈਗੀ ਤੁਹਾਡੇ ਪ੍ਰੋਫਾਈਲ ਨੂੰ ਸਹੀ ਕਰਕੇ ਅੱਗੇ ਪੇਸ਼ ਕਰਨ ਦੀ। ਸੋ ਇੱਕ ਵਾਰ ਭਰੋਸਾ ਕਰਕੇ ਦੇਖੋ। ਨੰਬਰ ਤੁਹਾਡੇ ਟੀਵੀ ਸਕਰੀਨਸ ਤੇ ਹੈਗਾ ਆ, ਉਸ ਨੰਬਰ ਤੇ ਤੁਸੀਂ ਕਾਲ ਕਰੋ, ਇਹਨਾਂ ਨਾਲ ਗੱਲਬਾਤ ਕਰੋ। ਪਰਸਨਲੀ ਅਪਾਇੰਟਮੈਂਟ ਲੈਣੀ ਹੈ ਲਵੀਸ਼ ਜੀ ਦੀ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ। ਪਰਸਨਲੀ ਵੀ ਸਰ ਮਿਲਦੇ ਨੇ, ਪਰਸਨਲੀ ਵੀ ਤੁਹਾਨੂੰ ਗਾਈਡੈਂਸ ਦਿੰਦੇ ਨੇ। ਲਵੀਸ਼ ਜੀ, ਜਿੱਦਾਂ ਕਿ ਆਇਲਸ ਦੀ ਗੱਲ ਕੀਤੀ ਆਪਾਂ ਕਿ ਬੈਂਡ ਸਕੋਰ ਕਈ ਬੱਚੇ ਨਹੀਂ ਅਚੀਵ ਕਰ ਪਾਉਂਦੇ ਨੇ, ਸੋ ਕਿਆ ਇਹਦਾ ਕੋਈ ਆਲਟਰਨੇਟ ਹੈ? ਕਿਆ ਬੱਚਾ ਪੀਟੀਈ ਕਰਕੇ ਜਾਂ ਟੋਫਲ ਕਰਕੇ ਜਾ ਸਕਦਾ ਹੈਗਾ ਆ? ਜੀ ਬਿਲਕੁਲ, ਬੱਚਾ ਅਦਰ ਐਗਜ਼ਾਮ ਵੀ ਕਰ ਸਕਦਾ ਹੈ, ਲੇਕਿਨ ਇੱਕ ਉਹਦੇ ਵਿੱਚ ਧਿਆਨ ਰੱਖਣਾ ਹੈ ਕਿ ਆਪਣਾ ਸਕੋਰ ਜੋ ਮਰਜ਼ੀ ਆ ਜਾਵੇ, ਸਾਡੀ ਪ੍ਰੋਫਾਈਲ ਫਿਰ ਨੌਨ ਐਸਟੀਐਸ ਦੇ ਅਕੋਰਡਿੰਗਲੀ ਹੀ ਜਾਣੀ ਹੈ। ਅੱਛਾ, ਪੀਟੀ ਆਪਾਂ ਕਰ ਲਈ ਹੈ, ਜੇ ਆਪਾਂ ਫਿਰ ਗੂਗਲ ਤੇ ਉਹਦਾ ਕੰਪੇਅਰ ਕਰਨੇ ਆ ਤੇ ਫਿਰ ਆਪਾਂ, ਕਿਉਂਕਿ ਬੱਚੇ ਕਹਿੰਦੇ ਆ ਨਾ ਕਿ ਮੇਰਾ ਪੀਟੀ 'ਚ ਇੰਨਾ ਸਕੋਰ ਆ ਗਿਆ, 65 ਆ ਗਿਆ, 70 ਆ ਗਿਆ, ਇਹ ਤਾਂ ਆਇਲਸ ਦੇ 6.5 7 ਬੈਂਡ ਬਣਦੇ ਆ। ਇਹਦਾ ਮਤਲਬ ਆ ਨਹੀਂ ਹੈਗਾ ਕਿ ਤੁਸੀਂ ਫਿਰ ਐਸਟੀਐਸ ਦੇ ਵਿੱਚ ਫਾਲ ਕਰਕੇ, ਨਹੀਂ। 1 ਸਾਲ ਦੀ ਫੀਸ ਭਰੀ ਹੈ, ਜੀਆਈਸੀ ਆਪਾਂ ਭਰਿਆ ਹੈ, ਲੇਕਿਨ ਐਡੀਸ਼ਨਲ ਡਾਕੂਮੈਂਟ ਫਿਰ ਸਾਡੇ ਲੱਗਣੇ ਹੀ ਲੱਗਣੇ, ਜੋ ਇੱਕ ਯੂਨੀਵਰਸਿਟੀ ਨੇ ਚੈੱਕਲਿਸਟ ਦਿੱਤੀ ਹੋਈ ਹੈ। ਔਰ ਜਦੋਂ ਤੁਸੀਂ ਇੱਕ ਵਾਰ ਆਇਲਸ ਕਰਦੇ ਹੋ ਨਾ, ਔਰ ਤੁਹਾਡਾ ਸਕੋਰ ਘੱਟ ਰਹਿ ਜਾਂਦਾ, 1 ਤੇ 5.5 ਰਹਿ ਗਿਆ ਜਾਂ 2 ਦੇ ਵਿੱਚ, ਓਵਰਆਲ 6.5 ਹੋ ਗਏ ਲੇਕਿਨ 2 ਚ 5.5 ਰਹਿ ਗਿਆ, ਔਰ ਫਿਰ ਤੁਹਾਨੂੰ ਇਹ ਲੱਗਦਾ ਕਿ ਨਹੀਂ ਵੀਜ਼ਾ ਨਹੀਂ ਆਉਣਾ, ਇਟ ਮੀਨਸ ਤੁਹਾਡੇ ਨਾ ਅਕੈਡਮਿਕਸ ਥੋੜੇ ਕਮਜ਼ੋਰ ਹੈਗੇ, ਇੰਗਲਿਸ਼ ਤੁਹਾਡੀ ਥੋੜੀ ਕਮਜ਼ੋਰ ਹੈਗੀ ਹੈ, ਕੁਛ ਨਾ ਕੁਛ ਲਿਸਨਿੰਗ ਪਾਰਟ, ਰਾਈਟਿੰਗ ਜਾਂ ਰੀਡਿੰਗ ਸਪੀਕਿੰਗ ਕਿਸੇ ਸਾਡੇ ਚ ਕਮੀ ਰਹਿ ਗਈ, ਇਸ ਕਰਕੇ ਸਾਡੇ ਉਹ ਸਪੈਸੀਫਿਕ ਮੋਡਿਊਲ ਦੇ ਵਿੱਚ ਬੈਂਡਸ ਘੱਟ ਆਏ ਆ। ਦੈਨ ਗੋ ਫॉर ਪ੍ਰੈਕਟੀਕਲ ਕੋਰਸਿਸ। ਯਾਰ ਆਪਾਂ ਇੱਕੋ ਉੱਦਾਂ ਦਾ ਕੋਰਸ ਚੂਜ਼ ਕਰ ਲੈਂਦੇ ਆ ਨਾ ਜਿਹਦੇ ਵਿੱਚ ਜੇ ਸਾਡੇ ਰਾਈਟਿੰਗ 'ਚ ਘੱਟ ਹੈ, ਜਿਹਦੇ ਸਾਨੂੰ ਰਾਈਟਿੰਗ ਦੀ ਲੋੜ ਹੀ ਨਹੀਂ ਹੈਗੀ, ਜਿਹਦੇ ਥੀਸਿਸ ਨਹੀਂ ਹੈਗਾ, ਜਿਵੇਂ ਯੂਨੀਵਰਸਿਟੀ ਥੀਸਿਸ ਜ਼ਿਆਦਾ ਹੁੰਦੀਆਂ, ਥੀਸਿਸ ਨਹੀਂ ਹੈਗਾ, ਤੁਸੀਂ ਉਹ ਕੋਰਸ ਚੂਜ਼ ਕਰ ਲਓ। ਜੇ ਆਪਾਂ ਸਪੀਕਿੰਗ ਜਿਵੇਂ ਸਾਡੇ ਘੱਟ ਰਹਿ ਗਿਆ ਤਾਂ ਅਰਲੀ ਚਾਈਲਡਹੁੱਡ ਐਜੂਕੇਸ਼ਨ ਜਿਵੇਂ ਕੋਰਸ ਆ ਗਿਆ, ਓਬਵੀਅਸਲੀ ਤੁਹਾਨੂੰ ਐਜੂਕੇਸ਼ਨ ਦੇ ਰਿਲੇਟਡ ਪੜ੍ਹਾਉਣਾ ਹੈ, ਉਹਦੇ ਸਪੀਕਿੰਗ ਜ਼ਿਆਦਾ ਹੋਏਗੀ, ਉਹ ਕੋਰਸ ਨਾ ਚੂਜ਼ ਕਰੋ। ਕੋਰਸ ਉਹ ਚੂਜ਼ ਕਰੋ ਜੋ ਤੁਹਾਡੇ ਕਰੰਟ ਅਕੈਡਮਿਕਸ ਪਲੱਸ ਆਇਲਸ ਦੇ ਵਿੱਚ ਮੈਚ ਕਰ ਜਾਣ ਥੋੜੇ ਜਿਹੇ। ਬਿਲਕੁਲ, ਜੇਕਰ ਤੁਸੀਂ ਇਹਨਾਂ ਸਟੈਪਸ ਤੇ ਚੱਲੋਗੇ ਨਾ ਤਾਂ ਇਹ ਤੁਹਾਨੂੰ ਵੀਜ਼ਾ ਮਿਲੇਗਾ। ਔਰ ਇਹ ਇਦਾਂ ਦੀ ਫਾਈਲਿੰਗ ਪ੍ਰੋਸੈਸ ਔਰ ਜਾਣਕਾਰੀ ਮੈਨੂੰ ਕਮੰਡ ਨਹੀਂ ਹੈਗਾ, ਬਟ ਇਦਾਂ ਦੀ ਕੰਸਲਟੇਸ਼ਨ ਔਰ ਪ੍ਰੋਸੈਸ ਔਰ ਕਿੱਦਾਂ ਫਾਈਲ ਕਰਨੀ ਹੈ, ਇਹ EIFS ਦੀ ਟੀਮ ਕੋਲ ਬਹੁਤ ਵਧੀਆ ਅਪ ਟੂ 9 ਈਅਰ ਦਾ ਮੈਂ ਕਹਿੰਦਾ ਐਕਸਪੀਰੀਅੰਸ ਹੈਗਾ ਫਾਈਲ ਨੂੰ ਪ੍ਰੋਸੈਸ ਕਰਨ ਦਾ। ਫਾਈਲਾਂ ਮਹੀਨੇ ਦੀਆਂ ਇਕੱਠੀਆਂ ਕਰਕੇ 100 ਤੱਕ ਕੋਈ ਵੀ ਕੰਸਲਟੈਂਟ ਲਾ ਸਕਦਾ। ਉਹ ਇਹ ਨਹੀਂ ਕਹਿੰਦਾ ਕਿ ਮੇਰੇ 80 ਰਿਫਿਊਜ਼ਲ ਆ ਗਏ, ਉਹਨੇ ਇਹ ਕਹਿਣਾ ਮੇਰੇ 15 ਜਾਂ 20 ਵੀਜ਼ਾ ਆਇਆ ਇਸ ਮਹੀਨੇ, ਬਾਕੀ ਰਿਫਿਊਜ਼ਲ ਦੀ ਗੱਲ ਨਹੀਂ ਕਰੇਗਾ। ਲੇਕਿਨ ਮੈਂ ਇੱਕ ਇੱਦਾਂ ਦਾ ਕੰਸਲਟੈਂਟ ਹੈਗਾ, ਸਾਡੀ EIFS ਦੀ ਟੀਮ ਇੱਕ ਇੱਦਾਂ ਦੀ ਹੈਗੀ, ਸਾਡੇ ਰਿਸਪੈਕਟਡ ਲਾਇਰਸ ਦੀ ਟੀਮ ਇੱਕ ਇੱਦਾਂ ਦੀ ਹੈਗੀ ਹੈ। ਉਹ ਕਹਿੰਦੇ ਕਿ ਆਪਾਂ ਮਹੀਨੇ ਦੇ ਵਿੱਚ ਪਹਿਲਾਂ ਹੀ 9 ਫਾਈਲਾਂ ਲਗਾਉਣੀਆਂ। ਦੇਖੋ 100% ਵੀਜ਼ਾ ਮੈਂ ਕਹਿ ਰਿਹਾ ਤੁਹਾਨੂੰ, ਇਹਦਾ ਮਤਲਬ ਆ ਨਹੀਂ ਹੈਗਾ ਕਿ ਮੈਂ 10 ਫਾਈਲਾਂ ਲਗਾਈਆਂ ਤਾਂ 10 ਦਾ ਹੀ ਵੀਜ਼ਾ ਨਿਕਲਣਾ ਹੈ, ਠੀਕ ਹੈ। ਲੇਕਿਨ ਮੇਰੀ ਕੋਸ਼ਿਸ਼ ਹੈ ਐਟਲੀਸਟ 8 ਵੀਜ਼ਾ ਤੇ ਨਿਕਾਲੋ, ਠੀਕ ਹੈ। 8 ਵੀਜ਼ਾ ਤੇ ਨਿਕਲਣਗੇ, ਬਾਕੀ 2 ਚ ਜੋ ਕਮੀ ਰਹਿ ਗਈ ਹੈ ਹੁਣ ਉਹ ਆਪਾਂ ਰੀਅਪਲਾਈ ਉਹਨਾਂ ਨੂੰ ਆਪਣੇ ਕੋਸਟ ਦੇ ਉੱਤੇ ਕਰਨੇ ਹੋਣੇ ਆ। ਜੇ ਫਿਰ ਕਾਲਜ ਜਾਂ ਕੋਰਸ ਦੀ ਗੱਲ ਨਹੀਂ ਕਰਦਾ, ਫਿਰ ਮੈਂ ਜੇ ਮੈਨੂੰ ਆ ਲੱਗਦਾ ਕਿ ਕੈਨੇਡਾ ਵਾਸਤੇ ਨਹੀਂ ਹੋ ਪਾਏਗਾ ਹੁਣ ਅਗਲੀ ਵਾਰ ਵੀ ਦਾ ਪੈਸੇ ਦਾ ਨੁਕਸਾਨ ਨਹੀਂ ਕਰਨਾ, ਆਪਾਂ ਉਹਦੀ ਕੰਟਰੀ ਜਿਵੇਂ US ਵਗੈਰਾ ਦੇ ਵਿੱਚ ਵੀ ਆ ਚੀਜ਼ ਕਰ ਦਿੰਦੇ ਹੁੰਦੇ ਆ। ਆਪਣੇ ਆਪ ਹੀ ਤੁਸੀਂ ਅਪਲਾਈ ਕਰ ਦਿੰਦੇ ਹੋ? ਮਤਲਬ ਜੇ ਲਾਈਕ ਸਪੋਜ਼ ਕਿਸੇ ਨੇ ਕੈਨੇਡਾ ਦੇ ਲਈ ਅਪਲਾਈ ਕੀਤਾ, ਉੱਥੋਂ ਦੀ ਰਿਫਿਊਜ਼ਲ ਆ ਗਿਆ, ਤਾਂ ਤੁਸੀਂ ਉਹਦੀ ਹੈਲਪ ਕਰਦੇ ਹੋ ਕਿ US ਜਾਂ UK ਕਿਤੇ ਹੋਰ ਅਪਲਾਈ ਕਰ ਸਕੇ? ਬਿਲਕੁਲ, ਬੱਚਿਆਂ ਦੀ ਪਰਮਿਸ਼ਨ ਦੇ ਨਾਲ, ਉਹਨਾਂ ਦੇ ਪੇਰੈਂਟਸ ਦੀ ਪਰਮਿਸ਼ਨ ਦੇ ਨਾਲ ਆਪਾਂ ਕੰਟਰੀ ਵੀ ਦੂਜੀ ਅਪਲਾਈ ਕਰਨਾ। ਐਟ ਪ੍ਰੈਜ਼ੈਂਟ ਜੋ ਵੀ ਬੱਚੇ ਕੈਨੇਡਾ ਦੇ ਵਾਸਤੇ ਸਾਡੇ ਥਰੂ ਅਪਲਾਈ ਕਰ ਰਹੇ ਆ, ਆਪਾਂ ਇੱਕ ਸੇਫ ਸਾਈਡ ਕਹਿ ਲਈਏ ਜਾਂ ਇੱਕ ਸਾਡੇ ਵੱਲੋਂ ਬੱਚੇ ਨੂੰ ਆਪਸ਼ਨ ਦੇ ਕੇ ਚੱਲ ਰਹੇ ਕਿ ਜੇਕਰ ਉਹ US ਦਾ ਵੀ ਨਾਲੋਂ ਨਾਲ ਅਪਲਾਈ ਕਰਨਾ ਚਾਹੁੰਦਾ ਹੈ, ਪ੍ਰੋਸੈਸ ਕਰਨਾ ਚਾਹੁੰਦਾ ਹੈ, ਕਿ ਜਿਵੇਂ ਕੈਨੇਡਾ ਦਾ ਮੇਰਾ ਰਿਜ਼ਲਟ ਨਹੀਂ ਆਇਆ ਔਰ ਮੈਨੂੰ ਲੱਗਦਾ ਵੀ ਜਿਵੇਂ 6-7 ਮਹੀਨੇ ਲੱਗ ਗਏ, ਆਪਾਂ ਜਨਵਰੀ ਇਨਟੇਕ ਵਾਸਤੇ ਅਪਲਾਈ ਕਰ ਰਹੇ ਹਾਂ ਔਰ ਬਾਈ ਚਾਂਸ ਉਹਦਾ ਵੀਜ਼ਾ ਨਹੀਂ ਆਉਂਦਾ ਜਾਂ ਪ੍ਰੋਸੈਸਿੰਗ ਟਾਈਮ ਜ਼ਿਆਦਾ ਲੱਗ ਜਾਂਦਾ, ਤਾਂ ਸਾਡੀ ਇਹ ਕੋਸ਼ਿਸ਼ ਹੈਗੀ ਨਵੰਬਰ ਮਹੀਨੇ ਤੱਕ ਉਹਦਾ ਆਪਾਂ US ਦਾ ਵੀਜ਼ਾ ਵੀ ਲੈ ਕੇ ਰੱਖੀਏ, ਤਾਂ ਕਿ ਆਉਣ ਵਾਲਾ ਟਾਈਮ ਜੋ ਹੋਏਗਾ ਬਾਈ ਚਾਂਸ ਬੱਚੇ ਦਾ ਵੀਜ਼ਾ ਨਹੀਂ ਆਇਆ ਜਾਂ ਫਾਈਲ ਅੰਡਰ ਪ੍ਰੋਸੈਸ ਹੀ ਹੈਗੀ ਹੈ ਔਰ ਬੱਚਾ ਆਪਣਾ ਟਾਈਮ ਨਾ ਗਵਾਵੇ, US ਜਾ ਕੇ ਉੱਥੇ ਵੀ ਉਹ ਸਟੱਡੀ ਕਰ ਸਕਦਾ, ਬਿਕੋਜ਼ US ਵੀ ਬਹੁਤ ਵਧੀਆ ਡੈਸਟੀਨੇਸ਼ਨ ਹੈਗਾ। ਲੇਕਿਨ ਫਿਰ ਦੁਬਾਰਾ ਤੋਂ ਜੇ ਤੁਹਾਡੇ ਮਨ ਦੇ ਵਿੱਚ ਕੈਨੇਡਾ ਹੈਗਾ, ਤੁਸੀਂ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਹੋ, ਸਾਡਾ ਆਫਿਸ ਵਿਜ਼ਿਟ ਕਰੋ। ਤੁਹਾਡਾ ਵੀਜ਼ਾ ਕਿੱਦਾਂ ਲੈਣਾ, ਕੋਰਸ ਕਿੱਦਾਂ ਚੂਜ਼ ਕਰਨਾ, ਕਾਲਜ ਲੋਕੇਸ਼ਨ ਕਿਹੜੀ ਚੂਜ਼ ਕਰਨੀ ਹੈ, ਉਹ ਜਾਣਕਾਰੀ ਸਾਡੇ ਕੋਲ ਬਿਲਕੁਲ ਹੈਗੀ, ਐਕਸਪੀਰੀਅੰਸ ਸਾਡੇ ਕੋਲ ਹੈਗਾ, ਵਿਸ਼ਵਾਸ ਤੁਹਾਡਾ ਰਹੇਗਾ, ਵੀਜ਼ਾ ਆਪਾਂ ਤੁਹਾਨੂੰ ਲਗਵਾ ਕੇ ਦੇਵਾਂਗੇ। ਠੀਕ ਹੈ। ਬਹੁਤ ਸਾਰੇ ਸਵਾਲ ਮੈਂ ਸਰ ਪੁੱਛਣ ਵਾਲੀਆਂ, ਬੜੇ ਬਲੰਟਲੀ ਪੁੱਛਣ ਵਾਲੀਆਂ ਤੁਹਾਡੇ ਤੋਂ, ਕਿਉਂਕਿ ਸਾਡੇ ਜਿਹੜੇ ਦਰਸ਼ਕ ਹੈਗੇ ਨੇ ਉਹ ਇਹੀ ਚਾਹੁੰਦੇ ਨੇ ਕਿ ਹਰ ਤਰ੍ਹਾਂ ਦੀ ਕਲੈਰਿਟੀ ਉਹਨਾਂ ਦੇ ਦਿਮਾਗ ਦੇ ਵਿੱਚ ਰਹੇ, ਕਿਉਂਕਿ ਗੱਲ ਕੈਨੇਡਾ ਦੀ ਹੈ। ਕੈਨੇਡਾ ਯਾਨੀ ਕਿ ਸੈਂਸਿਟਿਵ ਟੌਪਿਕ, ਆਪਾਂ ਜਾਣਾ ਹੈਗਾ, ਕਿੱਦਾਂ ਜਾਣਾ ਹੈਗਾ ਸਾਨੂੰ ਇਹ ਨਹੀਂ ਪਤਾ, ਪਰ ਐਸੇ ਚੱਕਰ 'ਚ ਆਪਾਂ ਬਹੁਤ ਪੈਸੇ ਗਵਾਉਂਦੇ ਆ, ਬਹੁਤ ਸਾਰੇ ਏਜੰਟਸ ਕੋਲ ਜਾਂਦੇ ਆ, ਬ੍ਰਾਂਡਸ ਕੋਲ ਜਾਂਦੇ ਆ ਨਾਮ ਦੇਖ ਕੇ
ਲੇਕਿਨ ਸਾਨੂੰ ਸਹੀ ਗਾਈਡੈਂਸ ਫਿਰ ਵੀ ਨਹੀਂ ਮਿਲ ਪਾਉਂਦੀ। ਐਂਡ ਤੱਕ ਸ਼ੋਅ ਨੂੰ ਜ਼ਰੂਰ ਦੇਖਿਓ। ਨੰਬਰ ਤੁਹਾਡੇ ਟੀਵੀ ਸਕਰੀਨਸ ਤੇ ਹੈਗੇ ਨੇ, ਉਹਨਾਂ ਨੰਬਰਸ ਨੂੰ ਜ਼ਰੂਰ ਨੋਟ ਕਰਕੇ ਰੱਖ ਲਓ, ਕਿਉਂਕਿ ਮੁੜ ਕੇ ਜਦ ਇਹ ਸ਼ੋਅ ਖਤਮ ਹੋ ਜਾਏਗਾ ਉਹਨਾਂ ਨੰਬਰਸ ਤੇ ਤੁਸੀਂ ਕੰਟੈਕਟ ਕਰਕੇ ਪਰਸਨਲੀ ਵੀ ਮਿਲ ਸਕਦੇ ਹੈਗੇ ਹੋ। ਅੱਛਾ ਲਵੀਸ਼ ਜੀ, ਇੱਕ ਗੱਲ ਦੱਸੋ, ਐਦਾਂ ਦਾ ਵੀ ਕੋਈ ਕੋਰਸ ਹੁੰਦਾ ਆ ਜਿਹਨੂੰ ਕਰਨ ਤੋਂ ਬਾਅਦ ਸਾਨੂੰ PR ਈਜ਼ੀਲੀ ਮਿਲ ਜਾਏ, ਜਾਂ ਐਦਾਂ ਦੇ ਵੀ ਕੋਰਸਿਸ ਹੁੰਦੇ ਨੇ ਕਿ ਉੱਥੇ ਜਾ ਕੇ ਪੜ੍ਹਨ ਤੋਂ ਬਾਅਦ ਵੀ ਬੱਚਿਆਂ ਨੂੰ PR ਦੇ ਲਈ ਧੱਕੇ ਖਾਣੇ ਪੈ ਰਹੇ ਨੇ ਕਿ ਮੈਂ ਗਲਤ ਕੋਰਸ ਚੁਣ ਲਿਆ, ਇਸ ਤੋਂ ਬਾਅਦ ਤਾਂ ਮੈਨੂੰ PR ਦੇ ਲਈ ਹੋਰ ਲੰਬਾ ਵੇਟ ਕਰਨਾ ਪਏਗਾ? ਜੀ ਬਿਲਕੁਲ, ਬਹੁਤ ਵਧੀਆ ਸਵਾਲ ਹੈ ਤੁਹਾਡਾ ਦਿਵਿਆ ਜੀ। ਇੱਦਾਂ ਦਾ ਹੈਗਾ। ਦੇਖੋ ਹੁਣ ਬਿਜ਼ਨਸ ਐਡਮਿਨ ਦੇ ਵਿੱਚ ਕੋਈ ਬੱਚਾ ਗਿਆ, ਉਹਨੇ ਉਸ NOC ਕੋਡ ਦੇ ਵਿੱਚ ਜਦੋਂ ਆਪਣੀ ਫਾਈਲ ਲਗਾਉਣੀ ਹੈ, ਇੱਥੇ ਤਾਂ ਆਪਣਾ SDS ਸਕੋਰ ਆ ਗਿਆ, ਲੇਕਿਨ ਜਦੋਂ ਆਪਾਂ ਉੱਥੇ ਫਾਈਲ ਲਗਾਉਣੀ ਹੈ ਸਾਨੂੰ 777 8 ਹੀ ਅਚੀਵ ਕਰਨਾ ਪੈਣਾ ਜਦੋਂ ਆਪਾਂ ਓਵਰ A ਲੈਵਲ ਦੇ ਵਿੱਚ ਆ ਜਾਂਦੇ। ਇਹ ਵੀ ਮੈਂ ਦਰਸ਼ਕਾਂ ਨੂੰ ਪੁੱਛਣਾ, ਕੋਈ ਵੀ ਕੰਸਲਟੈਂਟ ਇਹ ਚੀਜ਼ ਪਹਿਲਾਂ ਨਹੀਂ ਦੱਸਦਾ। ਬਿਲਕੁਲ, ਉਹ ਤਾਂ ਇਹ ਕਹਿ ਦਿੰਦਾ ਕਿ ਯਸ ਤੁਸੀਂ ਜਾਓ 2 ਸਾਲ ਦੀ ਸਟੱਡੀ ਕਰੋਗੇ, 3 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਹੋਏਗਾ, 5ਵੇਂ ਸਾਲ ਤੁਸੀਂ PR ਪਾ ਦੇਣੀ। ਸਭ ਇਹੀ ਬੋਲਦੇ ਆ ਸਰ, ਤਾਂ ਹੀ ਮੈਂ ਸਵਾਲ ਪੁੱਛਿਆ ਹੈਗਾ ਤੁਹਾਡੇ ਤੋਂ। ਐਦਾਂ ਵੀ ਹੁੰਦਾ ਕਿ PR 'ਚ ਹੈਲਪ ਹੋਵੇ ਅੱਗੇ ਕੋਰਸਿਸ ਨੂੰ ਲੈ ਕੇ? ਬਹੁਤ ਵੱਡੀ ਹੈਲਪ ਹੁੰਦੀ ਹੈ। NOC ਕੋਡ ਕੀ ਹੈਗਾ, ਕਿੱਦਾਂ ਹੈਗਾ। ਦੇਖੋ PR ਦਾ ਗੱਲ ਬਹੁਤ ਅੱਗੇ ਦੀ ਹੈ ਜੇ ਜਾ ਕੇ, ਬਟ ਲੇਕਿਨ ਬੱਚੇ ਨੂੰ ਇੱਕ ਮੈਂਟਲੀ ਪ੍ਰਿਪੇਅਰ ਆ ਚੀਜ਼ ਹੋਣੀ ਹੁੰਦੀ ਹੈ। ਇਹਦੇ ਵਿੱਚ ਬੱਚਾ ਕੀ ਕਰਦਾ, ਜਦੋਂ ਕੈਨੇਡਾ ਪਹੁੰਚਦਾ, ਉੱਤਰ ਕੇ ਪਤਾ ਲੱਗਦਾ, ਫਿਰ ਸਟੂਡੈਂਟ ਵੀਜ਼ਾ ਆ ਗਿਆ, ਕਲਾਸਿਸ ਸਟਾਰਟ ਹੋ ਗਈਆਂ, ਫਿਰ ਉਹਦੇ ਮਨ 'ਚ ਹੁੰਦਾ ਕਿ ਹੁਣ ਤਾਂ ਮੈਂ PR ਵੀ ਲੈਣੀ ਹੈ। ਉਹ ਪਹਿਲਾਂ ਹੀ ਐਡਵਾਂਸ 'ਚ ਥੋੜਾ ਜਿਹਾ ਉਹਦੇ ਬਾਰੇ ਸਰਚ ਕਰਨਾ ਸ਼ੁਰੂ ਕਰਦਾ, ਫਿਰ ਉਹਨੂੰ ਉੱਥੇ ਜਾ ਕੇ ਪਤਾ ਲੱਗਦਾ ਕਿ ਜਿਸ ਕੋਰਸ ਦੇ ਵਿੱਚ ਤਾਂ ਤੂੰ ਆਇਆ ਉਹ ਤਾਂ PR ਦੇ ਵਾਸਤੇ ਤੈਨੂੰ 777 ਅਚੀਵ ਕਰਨਾ ਪੈਣਾ। ਉੱਥੇ ਹੀ ਬੱਚਾ ਗਲਤੀ ਕਰ ਜਾਂਦਾ। ਫਿਰ ਕਾਲਜ ਚੇਂਜ, ਜਾਣਕਾਰੀਆਂ ਨਹੀਂ ਪਹੁੰਚ ਪਾਉਂਦੀਆਂ। ਯੈਸ, ਇੱਦਾਂ ਨਹੀਂ ਹੈਗਾ ਕਿ ਤੁਹਾਡੇ ਓਵਰਆਲ 6 ਹੈ, 1 ਜਾਂ 2 ਚ 5.5 ਹੈ, ਤੁਸੀਂ ਜਾ ਕੇ ਸਟੱਡੀ ਕਰ ਰਹੇ ਹੋ, ਫਿਰ ਤੁਹਾਨੂੰ 777 8 ਹੀ ਅਚੀਵ ਕਰਨਾ ਪੈਣਾ PR ਦੇ ਵਾਸਤੇ। ਜੋ ਮੈਂ ਟੈਕਨੀਕਲ ਕੋਰਸਿਸ ਕਹਿੰਦਾ ਹੁੰਦਾ, ਗੋ ਫॉर B ਔਰ C ਲੈਵਲ। B ਲੈਵਲ ਦੇ ਕੋਰਸਿਸ ਦੇ ਵਾਸਤੇ ਅਪਲਾਈ ਕਰੋ, ਫਿਰ ਤੁਸੀਂ ਆਪਣੀ ਜੋ ਫਾਈਲ ਲਗਾਉਣੀ ਹੈ ਉਹ ਤੁਹਾਡੇ ਘੱਟ ਆਈ ਸਕੋਰ ਦੇ ਨਾਲ ਵੀ ਲੱਗ ਜਾਂਦੀ ਹੈ, ਲੇਕਿਨ ਉਹ ਜੋ ਆਕੂਪੇਸ਼ਨ ਹੈਗਾ ਇਨ ਡਿਮਾਂਡ ਹੋਣਾ ਚਾਹੁੰਦਾ। ਇੱਥੇ ਮੈਂ ਐਗਜ਼ਾਮਪਲ ਦਿੰਦਾ, ਬੱਚਿਆਂ ਨੇ ਨਾ ਸੁਣ ਕੇ ਸ਼ਾਇਦ ਹੱਸਣਾ, ਉਹਨੂੰ ਹਾਸਾ ਵੀ ਆਵੇ। ਜਦ ਆਪਾਂ ਇੱਥੇ 5.5 ਬੈਂਡ ਇੱਕ ਮੋਡਿਊਲ ਦੇ ਵਿੱਚ ਰਹਿ ਗਏ ਆ, ਔਰ ਮੈਂ ਜਿਵੇਂ ਤੁਹਾਨੂੰ ਦੱਸਤਾ ਕਿ ਹੁਣ ਤਾਂ PR ਦੇ ਟਾਈਮ ਜਦੋਂ 5 ਸਾਲ ਬਾਅਦ ਤੁਸੀਂ ਲਾਉਣੀ ਹੈ ਤਾਂ ਤੁਹਾਨੂੰ ਸਕੋਰ ਅਚੀਵ ਕਰਨਾ ਹੀ ਪੈਣਾ। ਲੇਕਿਨ ਇੱਕ ਇੱਦਾਂ ਦਾ ਕੋਰਸ ਵੀ ਹੈਗਾ, ਇੱਕ ਨਹੀਂ ਬਹੁਤ ਕੋਰਸਿਸ ਹੈਗਾ ਜਿੱਥੇ ਤੁਹਾਨੂੰ ਆਇਲ ਸਕੋਰ ਘੱਟ ਚਾਹੀਦਾ ਹੋਏਗਾ। ਹੈਲਥ ਕੇਅਰ ਮੈਨੇਜਮੈਂਟ ਨਹੀਂ ਹੈਗਾ, ਬਿਜ਼ਨਸ ਐਡਮਿਨਿਸਟ੍ਰੇਸ਼ਨ ਨਹੀਂ ਹੈਗਾ, ਕੁਛ ਨਹੀਂ। ਗੋ ਫॉर ਡੀਜ਼ਲ ਮਕੈਨਿਕ ਕੋਰਸ, ਗੋ ਫॉर ਟਰੱਕਿੰਗ ਕੋਰਸ, ਗੋ ਫॉर ਐਸਥੈਟਿਕਸ, ਗੋ ਫॉर ਹੇਅਰ ਐਂਡ ਬਿਊਟੀ ਕੋਰਸਿਸ। ਇਹ ਇੱਦਾਂ ਦੇ ਕੋਰਸਿਸ ਹੈਗੇ ਆ ਜਿਨ੍ਹਾਂ ਤੇ ਤੁਹਾਨੂੰ ਆਈ ਸਕੋਰ ਘੱਟ ਚਾਹੀਦਾ PR ਪਾਉਣ ਦੇ ਵਾਸਤੇ। ਸ਼ਰਤ ਉਹੀ ਰਹੇਗੀ, ਜਾ ਕੇ ਕੋਰਸ ਕੰਪਲੀਟ ਕਰਨਾ ਪੈਣਾ। ਅੱਛਾ, ਇਦਾਂ ਦੇ ਕੋਰਸ ਤੋਂ ਬਾਅਦ ਮੁੜ ਕੇ ਉਹ ਆਪਣਾ ਕੰਮ ਵੀ ਤਾਂ ਖੋਲ ਸਕਦੇ ਆ? ਬਿਲਕੁਲ ਬਿਲਕੁਲ। ਦੇਖੋ ਪਰਮਾਨੈਂਟ ਜ਼ਰੂਰੀ ਨਹੀਂ ਹੈ ਕਿ ਜਾ ਕੇ ਉੱਥੇ ਜੌਬ ਹੀ ਕਰਨੀ ਹੈ, ਤੁਸੀਂ ਜਾ ਕੇ ਉੱਥੇ ਆਪਣਾ ਕੰਮ ਵੀ ਖੋਲ ਸਕਦੇ ਹੋ। ਬਿਲਕੁਲ, ਤੁਸੀਂ ਆਪਣੀ ਉੱਧਰ ਦੀ ਸਟੱਡੀ ਕੀਤੀ ਹੈ, ਫਿਰ ਤੁਸੀਂ ਆਪਣਾ ਕੰਮ ਕਰ ਲਓ। PR ਦਾ ਮਤਲਬ ਇਹ ਨਹੀਂ ਹੈਗਾ, ਜਾਂ PSW ਤੇ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਕੁਝ ਕਰ ਨਹੀਂ ਸਕਦੇ ਹੋ। ਤੁਸੀਂ, ਤੁਹਾਡੇ ਕੋਲ ਆਪਸ਼ਨਸ ਬਹੁਤ ਜ਼ਿਆਦਾ ਹੈਗੇ। ਜਿਵੇਂ ਮੈਂ ਟਰੱਕਿੰਗ ਦਾ ਤੁਹਾਨੂੰ ਕੋਰਸ ਦੱਸਦਾ, ਇਹਦਾ ਮਤਲਬ ਆ ਨਹੀਂ ਕਿ ਮੈਂ ਤੁਹਾਨੂੰ ਟਰੱਕ ਚਲਾਉਣ ਦੇ ਵਾਸਤੇ ਭੇਜ ਰਿਹਾ। ਅੱਛਾ, ਉਹਨਾਂ ਦੀ ਮੇਨਟੇਨੈਂਸ ਵੀ ਆਉਂਦੀ ਹੈ, ਉਹਨਾਂ ਦੇ ਵਿੱਚ ਲੌਜਿਸਟਿਕਸ ਦੇ ਵੀ ਡਿਪਾਰਟਮੈਂਟਸ ਹੁੰਦੇ ਆ। ਇੱਕ ਟਰਾਂਸਪੋਰਟ ਕੰਪਨੀ ਦੇ ਵਿੱਚ ਇੱਕ ਚੀਜ਼ ਨਹੀਂ ਹੋਏਗੀ, ਇਨਵੈਂਟਰੀ, ਵੇਅਰ ਹਾਊਸਿੰਗ, ਮਕੈਨਿਕ ਦਾ ਹੋ ਗਿਆ, ਮੇਨਟੇਨੈਂਸ ਦਾ ਹੋ ਗਿਆ, ਡਰਾਈਵਿੰਗ ਦਾ ਹੋ ਗਿਆ, ਬਹੁਤ ਸਾਰੇ ਕੋਰਸਿਸ ਆਉਂਦੇ। ਬਿਲਕੁਲ, ਹੋਰ ਉੱਥੇ ਇਹਨਾਂ ਜੌਬਸ ਨੂੰ ਨਾ ਬਹੁਤ ਰਿਸਪੈਕਟੇਬਲ ਜੌਬਸ ਵੀ ਮੰਨਿਆ ਜਾਂਦਾ ਹੈਗਾ। ਇਹ ਸਾਡੇ ਇੱਥੇ ਦੇਖਦੇ ਆ ਕਿ ਉਹ ਮਕੈਨਿਕ ਹੈ ਜਾਂ ਉਹ ਸਾਫ ਸਫਾਈ ਕਰ ਰਿਹਾ, ਬਟ ਉੱਥੇ ਆਈ ਥਿੰਕ ਸਾਰਿਆਂ ਨੂੰ ਇਹ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਨਾ, ਬਿਕੋਜ਼ ਜਿਵੇਂ ਮੈਂ 23-24 ਕੰਟਰੀਜ਼ ਦੇ ਵਿੱਚ ਵਿਜ਼ਿਟ ਕੀਤਾ ਹੋਇਆ, ਕਾਲਜ ਯੂਨੀਵਰਸਿਟੀਜ਼ ਦੇਖੀਆਂ ਹੋਈਆਂ, ਈਵਨ ਕਿ ਜੋ ਇੰਟਰਨੈਸ਼ਨਲ ਇੰਪਲੋਇਮੈਂਟ ਪ੍ਰੋਵਾਈਡ ਕਰਵਾਉਂਦੇ ਆ ਉਹਨਾਂ ਕੋਲ ਵੀ ਮੈਂ ਵਿਜ਼ਿਟ ਕੀਤਾ ਹੋਇਆ। ਉੱਥੇ ਮੈਂ ਇੱਕ ਚੀਜ਼ ਦੇਖੀ ਹੈ, ਜਿਸ ਕੰਮ ਦੇ ਵਿੱਚ ਬੰਦੇ ਦਾ ਹੱਥ ਜ਼ਿਆਦਾ ਚੱਲਦਾ ਹੈਗਾ ਆ, ਉਹ ਆਪਣੇ ਹੈਂਡਸ ਐਂਡ ਟੂਲਸ ਦਾ ਇਸਤੇਮਾਲ ਜ਼ਿਆਦਾ ਹੁੰਦਾ, ਮਸ਼ੀਨਰੀ ਦਾ ਇਸਤੇਮਾਲ ਜ਼ਿਆਦਾ ਹੁੰਦਾ, ਉਹਦੀ ਉੱਥੇ ਰਿਸਪੈਕਟ ਓਨੀ ਹੀ ਜ਼ਿਆਦਾ ਹੈਗੀ। ਇੱਕ ਬੈਂਕ ਦਾ ਮੇਰਾ ਪਰਸਨਲ ਐਕਸਪੀਰੀਅੰਸ ਸੀਗਾ ਕਿ ਉੱਧਰ ਸ਼ਾਇਦ ਕੋਈ ਮਕੈਨਿਕ ਹੀ ਸੀਗਾ, ਬਿਕੋਜ਼ ਉਹ ਉੱਦਾਂ ਦੀ ਡਰੈਸ ਦੇ ਵਿੱਚ ਸੀਗਾ, ਤੇ ਜਦੋਂ ਉਹਨੇ ਬੈਂਕ ਦੇ ਵਿੱਚ ਲਾਈਨ ਦੇ ਵਿੱਚ ਐਂਟਰ ਕੀਤਾ ਤਾਂ ਸਾਰਿਆਂ ਨੇ ਸਾਈਡ ਦੇ ਕੇ ਪਹਿਲਾਂ ਉਹਨੂੰ ਅੱਗੇ ਭੇਜਿਆ, ਬਿਕੋਜ਼ ਉਹ ਔਨ ਡਿਊਟੀ ਸੀਗਾ, ਕਾਰਡ ਵਗੈਰਾ ਦੇ ਗਲੇ 'ਚ ਲੱਗਿਆ ਹੋਇਆ ਸੀ, ਟੂਲਸ ਔਨ ਡਿਊਟੀ ਸੀਗਾ ਉਹ, ਤੇ ਸਾਰਿਆਂ ਨੇ ਬਾਕੀਆਂ ਨੇ ਉਹਨੂੰ ਜਗ੍ਹਾ ਦੇ ਕੇ ਪਹਿਲਾਂ ਉਹਨੂੰ ਅੱਗੇ ਜਾ ਕੇ ਆਪਣਾ ਕੰਮ ਕਰਵਾਉਣ ਦੀ ਦਿੱਤੀ ਹੈ। ਜੀ, ਇੱਥੇ ਸਾਡੇ ਦੇਖਦੇ ਨੇ ਇਹਨਾਂ ਚੀਜ਼ਾਂ ਨੂੰ ਕਿ ਆਪਾਂ ਇੰਨਾ ਲੋ ਫੀਲ ਕਰਦੇ ਹਾਂ ਕਿ ਉਹ ਜੌਬ ਨਹੀਂ ਕਰਨੀ, ਲੇਕਿਨ ਆਈ ਥਿੰਕ ਉੱਥੇ ਉਸ ਜੌਬ ਨੂੰ ਉਨਾ ਹੀ ਰਿਸਪੈਕਟੇਬਲ ਤਰੀਕੇ ਨਾਲ ਦੇਖਿਆ ਜਾਂਦਾ ਹੈ। ਹੁਣ ਬਸ਼ਰਤ ਹੈ ਕਿ ਤੁਸੀਂ ਕਿੰਨੇ ਕੰਫਰਟੇਬਲ ਹੋ ਰਹੇ ਹੋ। ਨੰਬਰ ਇਹਨਾਂ ਦੇ ਤੁਹਾਡੇ ਟੀਵੀ ਸਕਰੀਨਸ ਤੇ ਫਲੈਸ਼ ਹੋ ਰਹੇ ਨੇ, ਇੱਕ ਹਰ ਇੱਕ ਛੋਟੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਬਟ ਜੇ ਕੁਝ ਰਹਿੰਦਾ ਹੈਗਾ ਤੁਸੀਂ ਪਰਸਨਲੀ ਕਾਲ ਕਰਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਮੈਂ ਫਟਾਫਟ ਇੱਕ ਸਵਾਲ ਹੋਰ ਪੁੱਛਣਾ ਚਾਹੁੰਦੀ ਹਾਂ ਸਰ, ਕਿ ਕਈ ਇੱਦਾਂ ਦੇ ਸਟੂਡੈਂਟਸ ਨੇ ਜਿਨ੍ਹਾਂ ਦੇ ਓਵਰਆਲ 6 ਹੈ ਲੇਕਿਨ ਇੱਕ ਮੋਡਿਊਲ 'ਚ 5.5 ਰਹਿ ਜਾਂਦੇ ਨੇ, ਕਿਆ ਉਹ ਸਟੂਡੈਂਟ ਸਿਰਫ ਪ੍ਰਾਈਵੇਟ ਕਾਲਜ 'ਚ ਐਡਮਿਸ਼ਨ ਲੈ ਸਕਦੇ ਨੇ ਜਾਂ ਉਹਨਾਂ ਲਈ ਕੋਈ ਸਰਕਾਰੀ ਦਾ ਵੀ ਆਪਸ਼ਨ ਰਹਿ ਜਾਂਦਾ ਹੈ? ਦੇਖੋ, ਰੀਸੈਂਟ ਪਾਸ ਆਊਟ ਹੈ ਬੱਚਾ, ਅਕੈਡਮਿਕਸ ਗੁੱਡ ਹੈਗੇ ਆ,
ਤੁਸੀਂ ਪਬਲਿਕ ਕਾਲਜ ਵੀ ਫੈਡਰਲ ਪਾਸੇ ਨੂੰ ਪਾ ਸਕਦੇ ਅੱਛਾ। ਹੋ, ਲੇਕਿਨ ਉੱਥੇ ਇੱਕ ਚੀਜ਼ ਦਾ ਧਿਆਨ ਰੱਖਣਾ, ਜਿਵੇਂ ਮੈਂ ਆਪਾਂ ਹੰਬਰ ਦੀ ਤੁਹਾਡੇ ਨਾਲ ਗੱਲ ਕਰ ਲਈਏ, ਹੰਬਰ ਅਸੈਪਟ ਕਰਦਾ, ਸੈਂਟੇਨੀਅਲ ਅਸੈਪਟ ਕਰਦਾ ਹੈ। ਠੀਕ ਹੈ। ਇਹ ਮੈਂ ਆਫਟਰ +2 ਦੀ ਗੱਲ ਕਰ ਰਿਹਾ, ਠੀਕ ਹੈ ਜੀ। ਇਸ ਸਕੋਰ ਤੇ ਤੁਹਾਡਾ ਆਫਰ ਲੈਟਰ ਜ਼ਰੂਰ ਨਿਕਲ ਆਏਗਾ, LOA ਆ ਜਾਏਗੀ ਆਪਣੀ, ਲੇਕਿਨ ਮਾਈਂਡ 'ਚ ਇੱਕ ਗੱਲ ਰੱਖੋ, ਤੁਸੀਂ ਕਾਲਜ ਦੀ ਮਿਨੀਮਮ ਰਿਕੁਆਇਰਮੈਂਟ ਮੀਟ ਕੀਤੀ ਹੈ। ਜਦੋਂ ਯੂਨੀਵਰਸਿਟੀ ਨੇ, ਅੰਬੈਸੀ ਨੇ 100 ਸੀਟਾਂ ਦੇ ਵਾਸਤੇ ਵੀਜ਼ਾ ਦੇਣੇ ਆ, ਉਹਨਾਂ ਅੱਗੇ 1000 ਫਾਈਲਾਂ ਹੋਣਗੀਆਂ, ਉਹਨਾਂ ਨੇ ਟੌਪ ਦੀਆਂ ਫਾਈਲਾਂ ਦੇਖਣੀਆਂ ਪਹਿਲਾਂ, ਕਿ ਪਹਿਲਾਂ 7 ਨਾਟ ਲੈਸ ਦੈਨ 6 ਵਾਲੇ ਕੌਣ ਹੈ, 6.5 ਨਾਟ ਲੈਸ ਦੈਨ 6 ਵਾਲੇ ਕੌਣ ਹੈ, 6 ਨਾਟ ਲੈਸ ਦੈਨ 6 ਵਾਲੇ ਕੌਣ ਹੈ, ਪਹਿਲਾਂ ਉਹਨਾਂ ਨੂੰ ਵੀਜ਼ਾ ਗ੍ਰਾਂਟ ਹੋਏਗਾ, ਫਿਰ ਤੁਹਾਡੀ ਅਸੈਸਮੈਂਟ ਆਏਗੀ। ਜੀ ਜੀ ਜੀ। ਜਦੋਂ ਤੁਸੀਂ ਇਦਾਂ ਇੱਕ ਤਾਂ ਮੈਂ ਤਾਂ 2 ਵੀ ਇਨਕਲੂਡ ਕਰ ਲੈਣਾ, 2 ਦੇ ਵਿੱਚ ਵੀ ਆਪਣੇ 5.5 ਬੈਂਡ ਹੈਗੇ। ਜਦੋਂ ਤੁਸੀਂ ਅਪਲਾਈ ਕਰਨਾ ਹੈ, ਗੋ ਫॉर, ਦੁਬਾਰਾ ਤੋਂ ਕਹਿ ਰਿਹਾ, ਵੋਕੇਸ਼ਨਲ ਟਾਈਪ ਆਫ ਕੋਰਸਿਸ, ਟੈਕਨੀਕਲ ਟਾਈਪ ਆਫ ਕੋਰਸਿਸ, ਸਕਿੱਲ ਟਾਈਪ ਆਫ ਕੋਰਸਿਸ, ਜਿਨ੍ਹਾਂ 'ਚ ਸਕਿੱਲ ਹੁੰਦੀ ਹੈ। ਜਿਵੇਂ ਮੈਂ ਹੇਅਰ ਐਂਡ ਬਿਊਟੀ ਦਾ ਕਹਿਤਾ ਹੈ, ਤਾਂ ਨੇਲ ਆਰਟ ਦਾ ਕੋਰਸਿਸ ਵੀ ਹੁੰਦੇ ਆ ਇਦਾਂ ਦੇ, ਜਦੋਂ ਆਪਾਂ ਬਿਊਟੀ ਦੇ ਕੋਰਸਿਸ ਆਉਂਦੇ ਆ। ਰਬਰਟਸਨ ਬਿਊਟੀ ਅਕੈਡਮੀ ਹੈਗੀ ਹੈ, ਔਰ ਜਿਸ ਬੋਰਡ ਦੇ ਅੰਦਰ ਜੋ ਇਹਨੂੰ ਅੱਗੇ ਅਕ੍ਰੈਡੀਟੇਸ਼ਨ ਦਿੱਤੀ ਹੋਈ ਆ, ਉਹ ਪਬਲਿਕ ਹੈਗੀ ਹੈ। ਅੱਛਾ। ਇਸ ਕੋਰਸ ਤੇ ਮੈਂ ਤੁਹਾਨੂੰ ਪਬਲਿਕ ਕਾਲਜ ਵੀ ਦਵਾ ਸਕਣਾ, ਔਰ ਜੇ 2 'ਚ 5.5 ਵੀ ਹੈਗਾ, ਔਰ ਵੀਜ਼ਾ ਵੀ ਆਏਗਾ। ਲੇਕਿਨ ਗੱਲ ਉਹੀ ਹੈ, ਇਸ ਟਾਈਮ ਜਨਵਰੀ ਇਨਟੇਕ ਚੱਲ ਰਿਹਾ, ਉਹਨਾਂ ਕੋਲ ਸਿਰਫ 22 ਸੀਟਾਂ ਇਸ ਚੀਜ਼ ਦੀਆਂ। ਹੁਣ 22 ਵਾਸਤੇ ਲੋਕਲ ਵੀ ਹੋਣੇ ਆ, ਇੰਟਰਨੈਸ਼ਨਲ ਵੀ ਹੋਣੇ ਆ। ਜਿਹਨੇ ਪਹਿਲਾਂ ਛੇਤੀ ਆਪਣਾ ਆਫਰ ਲੈਟਰ ਲੈ ਕੇ ਫਾਈਲ ਨੂੰ ਪ੍ਰੋਸੈਸ ਕਰਕੇ ਅੰਬੈਸੀ ਦੇ ਅੱਗੇ ਪ੍ਰੈਜ਼ੈਂਟ ਕਰਤਾ, ਵੀਜ਼ਾ ਪਹਿਲਾਂ ਉਹਦਾ ਪ੍ਰੋਸੈਸ ਹੋ ਜਾਏਗਾ। ਬਿਲਕੁਲ, ਤੇ ਦੇਰ ਨਾ ਕਰੋ। ਜੇ ਮੈਂ ਖਾਸ ਤੌਰ ਤੇ ਕੁੜੀਆਂ ਨੂੰ ਕਵਾਂਗੀ, ਜੇ ਤੁਹਾਡਾ ਸਲੂਨ 'ਚ ਬਿਊਟੀ, ਹੇਅਰ, ਨੇਲਸ ਇਹਨਾਂ ਚੀਜ਼ਾਂ 'ਚ ਇੰਟਰਸਟ ਹੈਗਾ, ਫਟਾਫਟ ਇੱਕ ਕੋਰਸ ਜਿਹੜਾ ਹੈਗਾ ਆਪਟ ਕਰ ਲਓ। ਨੰਬਰ ਤੁਹਾਡੇ ਟੀਵੀ ਸਕਰੀਨਸ ਤੇ ਹੈਗੇ ਨੇ। ਇਸ ਕੋਰਸ ਦੀ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਸਾਡੇ ਨਾਲ ਪਰਸਨਲੀ ਮਿਲ ਸਕਦੇ ਹੋ, ਕੰਟੈਕਟ ਕਰ ਸਕਦੇ ਹੋ, ਇਹਨਾਂ ਦੀ ਟੀਮ ਤੋਂ ਵੀ ਪੁੱਛ ਸਕਦੇ ਹੋ ਕਾਲ ਕਰਕੇ। ਸਰ ਫਟਾਫਟ ਮੈਨੂੰ ਇੱਕ ਇਹ ਚੀਜ਼ ਦੱਸੋ ਕਿ ਜੇ ਕਿਸੇ ਸਟੂਡੈਂਟ ਨੇ ਤੁਹਾਡੇ ਨਾਲ ਅਪਾਇੰਟਮੈਂਟ ਬੁੱਕ ਕਰਨੀ ਹੈਗੀ ਹੈ, ਪਰਸਨਲੀ ਮਿਲਣਾ ਹੈਗਾ, ਤਾਂ ਉਹਨਾਂ ਨੂੰ ਕਿੰਨੀ ਕੁ ਮਿਹਨਤ ਕਰਨੀ ਪਏਗੀ? ਬਿਲਕੁਲ ਨਹੀਂ ਜੀ, ਇੱਕ ਫੋਨ ਕਰਨਾ ਹੈ। ਅੱਛਾ। ਮੇਰੇ ਕਾਉਂਸਲਰ ਨੂੰ ਤੁਸੀਂ ਆਪਣੀ ਪ੍ਰੋਫਾਈਲ ਦੱਸਣੀ ਹੈ, ਐਜੂਕੇਸ਼ਨ, ਐਕਸਪੀਰੀਅੰਸ, ਇਫ ਐਨੀ ਗੈਪ ਕੁਛ ਹੈਗਾ, ਹੋ ਸਕੇ WhatsApp ਰਾਹੀਂ ਤੁਸੀਂ ਡਾਕੂਮੈਂਟ ਸ਼ੇਅਰ ਕਰ ਸਕਦੇ ਹੋ, ਠੀਕ ਹੈ। ਫਿਰ ਤੁਸੀਂ ਅਪਾਇੰਟਮੈਂਟ ਲੈ ਸਕਦੇ ਹੋ। ਇਹਦੇ ਵਿੱਚ ਸਿਰਫ ਇੰਨਾ ਹੈਗਾ ਕਿ ਜਦੋਂ ਤੁਸੀਂ ਮੇਰੇ ਨਾਲ ਮਿਲਣ ਨੂੰ ਆਓਗੇ, ਤੁਹਾਡੀ ਅਸੈਸਮੈਂਟ ਮੇਰੇ ਲਾਇਰਸ ਨੇ ਪਹਿਲਾਂ ਹੀ ਕਰ ਰੱਖੀ ਹੋਏਗੀ। ਅੱਛਾ। ਫਿਰ ਤੁਹਾਨੂੰ ਮੈਂ ਇਹ ਚੀਜ਼ ਪਿਆਰ ਨਾਲ ਔਰ ਪੂਰਾ ਡਿਸਕ੍ਰਾਈਬ ਕਰਕੇ ਸਮਝਾ ਸਕਣਾ ਕਿ ਆਹ ਕੋਰਸ ਤੁਹਾਡੇ ਵਾਸਤੇ ਕਿਉਂ ਚੂਜ਼ ਕੀਤਾ, ਕਿੰਨੀ ਕੁ ਔਖੀ ਜਾਂ ਸੌਖੀ ਰਹੇਗੀ ਪੜ੍ਹਾਈ, ਕਿੰਨਾ ਕੁ ਆਏਗਾ ਖਰਚਾ, ਔਰ ਜੋ ਆਪਾਂ ਗੱਲ ਕੀਤੀ ਸੀ, ਕਿੰਨੀ ਕੁ ਸੌਖੀ ਰਹੇਗੀ ਤੁਹਾਨੂੰ PR ਮਿਲਣਾ। ਆਹ ਚੀਜ਼ਾਂ ਮੈਂ ਤੁਹਾਨੂੰ ਫਿਰ ਪ੍ਰੋਪਰਲੀ ਸਮਝਾ ਸਕਣਾ। ਤੇ ਕਿੱਥੇ ਵਿਜ਼ਿਟ ਕਰਕੇ ਤੁਹਾਨੂੰ ਮਿਲ ਸਕਦੇ ਨੇ ਆਫਿਸ ਦੇ ਬਾਰੇ? ਤੁਸੀਂ ਸਾਡਾ ਜੋ ਆਫਿਸ ਹੈਗਾ ਉਹ ਸਿਰਫ ਚੰਡੀਗੜ੍ਹ ਦੇ ਵਿੱਚ ਹੈਗਾ, ਸੈਕਟਰ 40C SCO 84, ਉੱਥੇ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ। ਸਾਡੀ ਅਦਰ ਕੋਈ ਵੀ ਅਜੇ ਬ੍ਰਾਂਚ ਨਹੀਂ ਹੈਗੀ, ਨਾ ਕੋਈ ਅਦਰ ਆਪਸ਼ਨ ਹੈਗਾ, ਬਿਕੋਜ਼ ਮੈਂ ਇਹ ਚਾਹੁੰਦਾ ਬੱਚੇ ਜਦੋਂ ਵਿਜ਼ਿਟ ਕਰਨ ਉਹ ਮੈਨੂੰ ਜ਼ਰੂਰ ਇੱਕ ਵਾਰ ਮਿਲ ਲੈਣ, ਤਾਂ ਮੈਂ ਇੱਕ ਵਾਰ ਇੱਕ ਥਾਂ ਤੇ ਹੀ ਪ੍ਰੈਜ਼ੈਂਟ ਹੋ ਸਕਣਾ। ਤਾਂ ਸਾਡਾ ਆਫਿਸ ਚੰਡੀਗੜ੍ਹ ਦੇ ਵਿੱਚ ਹੈਗਾ। ਆਈ ਵਿਸ਼ ਮੈਂ ਹੋਰ ਗੱਲਬਾਤ ਕਰ ਪਾਉਂਦੀ, ਲੇਕਿਨ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਲੇਕਿਨ ਜਾਣ ਤੋਂ ਪਹਿਲੇ ਮੈਂ ਚਾਹਾਂਗੀ ਤੁਸੀਂ ਸਾਰੇ ਸਟੂਡੈਂਟਸ ਨੂੰ, ਉਹਨਾਂ ਦੇ ਪੇਰੈਂਟਸ ਨੂੰ ਇੱਕ ਸੁਨੇਹਾ ਜ਼ਰੂਰ ਦਿਓ। ਸਾਰੇ ਸਟੂਡੈਂਟਸ ਔਰ ਉਹਨਾਂ ਦੇ ਪੇਰੈਂਟਸ ਨੂੰ ਮੇਰਾ ਇੱਕੋ ਹੀ ਸੁਨੇਹਾ ਹੈਗਾ, ਜੇਕਰ ਤੁਸੀਂ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਹੋ, ਇੱਕ ਵਾਰ ਜ਼ਰੂਰ ਸਾਡੇ ਆਫਿਸ ਵਿਜ਼ਿਟ ਕਰੋ, ਕਾਲ ਕਰਕੇ ਅਪਾਇੰਟਮੈਂਟ ਲਓ, ਵਿਜ਼ਿਟ ਕਰੋ। ਮੈਨੂੰ ਯਕੀਨ ਹੈਗਾ ਜੇਕਰ ਤੁਸੀਂ ਮੇਰੇ ਕਹਿਣ 'ਤੇ, ਮੇਰੇ ਸਟੈਪਸ ਦੇ ਅਕੋਰਡਿੰਗਲੀ ਚੱਲੋਗੇ, ਤੁਹਾਨੂੰ ਵੀਜ਼ਾ ਜ਼ਰੂਰ ਔਰ ਜ਼ਰੂਰ ਮਿਲੇਗਾ। ਉਹ ਮੇਰਾ ਕੰਮ ਹੈਗਾ ਕਿ ਆਪਾਂ ਬੱਚੇ ਨੂੰ ਕਿੱਦਾਂ ਵੀਜ਼ਾ ਲਗਵਾ ਕੇ ਦੇਣਾ ਹੈ। ਤੇ ਇੱਕ ਵਾਰ ਸਾਡੇ ਆਫਿਸ ਜ਼ਰੂਰ ਵਿਜ਼ਿਟ ਕਰੋ, ਕੰਸਲਟੇਸ਼ਨ ਲਓ, ਕੰਸਲਟੇਸ਼ਨ ਦੇ ਕੋਈ ਚਾਰजेस ਨਹੀਂ ਹੈਗੇ। ਬਿਲਕੁਲ, ਤੇ ਜਿੰਨਾ ਭਰੋਸਾ ਸਰ ਤੁਹਾਡੇ ਤੇ ਕਰ ਰਹੇ ਨੇ, ਤੁਸੀਂ ਵੀ ਇੰਨਾ ਹੀ ਭਰੋਸਾ ਇੱਕ ਵਾਰ ਕਰਕੇ ਦੇਖੋ, ਕਿਉਂਕਿ ਇਹ ਇੱਕ ਇਦਾਂ ਦਾ ਬ੍ਰਾਂਡ ਹੈਗਾ। ਕਈ ਬੱਚੇ ਇੱਥੇ ਆਉਂਦੇ ਨੇ, ਕਈ ਬੱਚੇ ਆ ਕੇ ਆਪਣੀ ਪ੍ਰੋਫਾਈਲ ਅਸੈਸ ਕਰਵਾਉਂਦੇ ਨੇ, ਤਾਂ ਜਾ ਕੇ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਜੈਨੂਇਨ ਜਿਹੜਾ ਏਜੰਟ ਹੈ, ਜੈਨੂਇਨ ਜਿਹੜਾ ਕੰਸਲਟੈਂਟ ਹੁੰਦਾ ਹੈ, ਉਹ ਤੁਹਾਡੀ ਕਿੱਦਾਂ ਹੈਲਪ ਕਰਦਾ ਹੈ। ਕਿਉਂਕਿ ਆਪਾਂ ਸਰ ਮੈਂ ਇਹ ਵੀ ਦੇਖਿਆ ਕਿ ਜਦ ਇੱਕ ਸਟੂਡੈਂਟ ਜਾਂਦਾ ਨਾ ਕਿਸੇ ਬ੍ਰਾਂਡ ਦੇ ਵਿੱਚ, ਬੜਾ ਕਨਫਿਊਜ਼ਨ ਸਟੇਟ 'ਚ ਜਾਂਦਾ ਹੈ, ਤੇ ਜਿਹੜੇ ਏਜੰਟ ਹੁੰਦੇ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਹੋਰ ਕਨਫਿਊਜ਼ਡ ਕਰ ਦਿਓ। ਬਿਲਕੁਲ ਜੀ, ਤਾਂ ਕਿ ਉਹ ਕਨਫਿਊਜ਼ਨ ਦੇ ਵਿੱਚ ਪੈਸਾ ਦੇ ਕੇ ਜਾਏ, ਕੁਝ 4 ਪੈਸਾ ਦੇ ਕੇ ਜਾਏ। ਬਟ ਤੁਸੀਂ ਗੱਲਬਾਤ ਕਰਨ ਦੇ ਵੀ ਚਾਰजेस ਨਹੀਂ ਲੈਂਦੇ ਹੋ। ਬਹੁਤ ਅੱਛਾ ਤੁਸੀਂ ਕਾਜ਼ ਕਰ ਰਹੇ ਹੋ, ਬੱਚਿਆਂ ਦੇ ਫਿਊਚਰ ਦੇ ਬਾਰੇ ਸੋਚ ਰਹੇ ਹੋ। ਔਰ ਬਹੁਤ-ਬਹੁਤ ਸ਼ੁਕਰੀਆ ਸਰ ਕਿ ਤੁਸੀਂ ਸਾਡੇ ਨਾਲ ਅੱਜ ਜੁੜੇ ਹੋ, ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਨਾਲ ਆਏ। ਬਹੁਤ-ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਸਰ। ਇਸ ਦੇ ਨਾਲ ਹੀ ਜੀ ਵੇਲਾ ਹੈ ਤੁਹਾਨੂੰ ਛੱਡ ਕੇ ਜਾਣ ਦਾ। ਜਾਣ ਤੋਂ ਪਹਿਲੇ ਸਿਰਫ ਇੰਨਾ ਕਹਿਣਾ ਚਾਹਾਂਗੀ ਕਿ ਰਾਈਟ ਬੰਦੇ ਨੂੰ ਜੱਜ ਕਰਨਾ ਇਹ ਤੁਹਾਡੇ ਤੇ ਤੁਹਾਡੇ ਪੇਰੈਂਟਸ ਦੇ ਹੱਥ ਹੁੰਦਾ ਹੈ। ਆਪਣੇ ਆਪ ਕੰਪੈਰੀਜ਼ਨ ਕਰਿਆ ਕਰੋ। ਤੁਹਾਡੇ ਕੋਲ ਇੰਟਰਨੈਟ ਹੈਗਾ, ਇੰਟਰਨੈਟ ਦੇ ਉੱਤੇ ਸਰਚ ਕਰਿਆ ਕਰੋ। ਤੇ ਜੇ ਤੁਸੀਂ ਇਹ ਸਰ ਤੱਕ ਪਹੁੰਚਣਾ ਚਾਹੁੰਦੇ ਹੋ ਔਰ ਸ਼ੋਅ ਦੇ ਨੰਬਰ ਨਹੀਂ ਤੁਸੀਂ ਨੋਟ ਕਰ ਪਾਏ, EIFS ਦਾ ਨਾਮ ਜ਼ਰੂਰ ਯਾਦ ਰੱਖੋ। ਆਨਲਾਈਨ ਤੁਸੀਂ ਇਹਨਾਂ ਦਾ ਨਾਮ ਸਰਚ ਕਰਕੇ ਇਹਨਾਂ ਦਾ ਨੰਬਰ ਕੱਢ ਸਕਦੇ ਹੈਗੇ ਹੋ। ਫਿਲਹਾਲ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੀ ਕੁਝ ਨਵੇਂ ਟੌਪਿਕ ਦੇ ਨਾਲ। ਟਿਲ ਦੈਨ ਟੇਕ ਕੇਅਰ। ਸਤਿ ਸ਼੍ਰੀ ਅਕਾਲ ਜੀ।